ਪੰਜਾਬ ਦੇ ਨੌਜਵਾਨ ਕਿਉਂ ਬਾਹਰ ਜਾ ਰਹੇ ਨੇ, ਇਹਨਾਂ ਦਾ ਰੁਝਾਨ ਬਾਹਰ ਜਾਣ ਦਾ ਕਿਉਂ ਆ? ਪਤਾ ਤੁਹਾਨੂੰ ਬਿਜਲੀ ਦੇ ਉੱਤੇ ਸਿਰਫ ਤੇ ਸਿਰਫ ਬਿਜਲੀ ਦੇ ਉੱਤੇ ਕਿੰਨਾ ਪੈਸਾ ਅਸੀਂ ਸਬਸਿਡੀ ਦੇ ਰਹੇ ਹਾਂ? 20,000 ਕਰੋੜ ਰੁਪਈਆ। ਜੀ ਤੁਸੀਂ ਸੋਚ ਕੇ ਦੇਖੋ ਕਿ ਜੇ ਇਹਦੇ ਚੋਂ 5,000 ਕਰੋੜ ਰੁਪਈਆ ਸਿਹਤ ਸੇਵਾਵਾਂ ਨੂੰ ਦੇ ਦਿੱਤਾ ਜਾਏ ਤੇ 10,000 ਕਰੋੜ ਰੁਪਈਆ ਤੁਸੀਂ ਦੇ ਦਿਓ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ। ਕਿਤੇ ਤੋਂ ਕਿਤੇ ਪੰਜਾਬ ਸਵਾਲ ਹੀ ਨਹੀਂ ਕੋਈ ਬਾਹਰ ਬੰਦਾ ਚਲੇ ਜੇ ਜਿਹੜਾ ਤੁਸੀਂ ਸਵਾਲ ਕੀਤਾ। ਕੀ ਲੈਣ ਜਾਣਾ ਬਾਹਰ? ਧੱਕੇ ਖਾਂਦੇ ਬੱਚੇ ਸਾਡੇ, ਉਹ ਤੇ ਮਜਬੂਰ ਵਾਸਤੇ ਜਾਂਦੇ ਆ। ਇਹ ਹਾਲਾਤ ਬਣੇ ਹੋਏ ਆ ਧਰਾਤਲ ਤੇ ਠੇਕੇਦਾਰੀ ਸਿਸਟਮ ਤੇ ਤਾਂ ਕੱਚੇ ਟੀਚਰ ਰੱਖਦੇ 6-6 ਹਜ਼ਾਰ ਤੇ ਟੀਚਰ ਕਾਰਨ ਕਿ ਜਿਹੜੇ ਗਰੀਬਾਂ ਦੇ ਬੱਚੇ ਆ ਉਹ ਸਸ਼ਕਤ ਨਾ ਹੋ ਸਕਣ, ਕਿਤੇ ਅਨਲਾਈਟਡ ਨਾ ਹੋ ਜਾਣ, ਉਹਨਾਂ ਨੂੰ ਸੂਝ-ਬੂਝ ਅਕਲ ਨਾ ਆ ਜੇ, ਉਹ ਇਹਨਾਂ ਨੂੰ ਸਵਾਲ ਨਾ ਕਰਨ ਲੱਗ ਜਾਣ। ਜਿਹੜੇ ਘਾਹ ਖੋਦਦੇ ਮਾਂ-ਬਾਪ ਹੈ ਜਿਨ੍ਹਾਂ ਦੇ ਉਹਨਾਂ ਦੇ ਗਾਂ ਘਾਈ ਹੀ ਪੈਦਾ ਘਾਹ ਖੋਦਣ ਵਾਲੇ ਹੀ ਗਾਂ ਬੱਚੇ ਪੈਦਾ ਹੋਣ, ਉਹ ਉੱਥੇ ਹੀ ਟਿਕੇ ਰਹਿਣ। ਇਹ ਕੰਮ ਕਰਤਾ। ਤੇ ਜੇ ਕੋਈ ਨੌਜਵਾਨ ਰਾਜਨੀਤੀ 'ਚ ਆਉਣਾ ਚਾਹੁੰਦਾ ਸੀ ਤਾਂ ਉੱਥੇ ਵੀ ਉਹੀ ਹੋਇਆ ਕਿ ਜਿਹੜੀ ਪੀੜ੍ਹੀ ਦਰ ਪੀੜ੍ਹੀ ਰਾਜਨੀਤੀ ਚੱਲਦੀ ਆ ਰਹੀ ਸੀ। ਇਸ ਤੋਂ ਇਲਾਵਾ ਨਵੀਂ ਪਾਰਟੀ ਆਈ ਆ ਜਿਹੜੀ ਕਹਿੰਦੀ ਸੀ 70 ਸਾਲਾਂ ਜਿਨ੍ਹਾਂ ਨੇ ਨਹੀਂ ਕੁਛ ਕੀਤਾ ਅਸੀਂ ਕੁਛ ਨਵਾਂ ਕਰ ਦਿਖਾਵਾਂਗੇ। ਨਵਾਂ ਇਹਨਾਂ ਨੇ ਕੀ ਕਰਨਾ ਸੀ? ਨੌਜਵਾਨਾਂ ਨੂੰ ਕੀ ਮੌਕੇ ਦੇਣੇ ਸੀ? ਇਹਨਾਂ ਤਾਂ ਖੁਦ ਅੰਗਰੇਜ਼ੀ ਸਿੱਖਣ ਵਾਸਤੇ ਬਣਾ ਦਿੱਤੇ ਆਈਲੈਟ ਸੈਂਟਰ ਖੋਲ੍ਹਣ ਲੱਗ ਗਏ। ਇਹ ਤਾਂ ਖੁਦ ਸ਼ਾਇਦ ਸੋਚ ਰਹੇ ਕਿ ਤੁਸੀਂ ਬਾਹਰ ਜਾਓ, ਅਸੀਂ ਇੱਥੇ ਸੰਭਾਲ ਲਵਾਂਗੇ। ਕੇਰਲਾ ਨੰਬਰ 1 ਤੇ ਐਜੂਕੇਸ਼ਨ 'ਚੋਂ ਕਿਵੇਂ ਕਰਦੇ ਆ, ਪੰਚਾਇਤਾਂ ਨੂੰ ਕਿਵੇਂ ਵਧੀਆ ਢੰਗ ਨਾਲ ਹੈਂਡਲ ਕਰਦੇ ਆ। ਕੇਰਲਾ ਭੇਜ ਦਿਓ ਟ੍ਰੇਨਿੰਗ ਲੈਣ। ਸਿੰਗਾਪੁਰ ਕਾਹਦੇ ਲਈ ਹੂਟੇ ਦਵਾਉਂਦੇ ਫਿਰਦੇ ਐਵੇਂ ਲੋਕਾਂ ਨੂੰ ਖੁਸ਼ ਕਰਨ ਲਈ। ਜੀ ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦੀਪ ਫੇਰ ਹਾਜ਼ਰ ਹਾਂ ਪ੍ਰੋਗਰਾਮ ਭਗਤ ਦੇ ਮਸਲੇ ਲੈ ਕੇ। ਅੱਜ ਅਸੀਂ ਚਰਚਾ ਕਰਾਂਗੇ ਪੰਜਾਬ ਦੇ ਕੁਝ ਇਹੋ ਜਿਹੇ ਮੁੱਦੇ ਜਿਹਦੇ ਨਾਲ ਆਪਾਂ ਸਾਰਿਆਂ ਦੇ ਦਿਮਾਗਾਂ ਦੇ ਵਿੱਚ ਸੋਚਣ ਲਈ ਹਰ ਵਾਰ ਬੰਦਾ ਕਈ ਵਾਰ ਜਦੋਂ ਵੀ ਉਹਦੇ ਦਿਮਾਗ 'ਚ ਆਉਂਦਾ ਪੰਜਾਬ ਬਾਰੇ ਸੋਚਦਾ ਤਾਂ ਸੋਚਣ ਲਈ ਮਜਬੂਰ ਹੋ ਜਾਂਦਾ। ਚਰਚਾ ਕਰਾਂਗੇ ਪੰਜਾਬ ਦੇ ਨੌਜਵਾਨ ਕਿਉਂ ਬਾਹਰ ਜਾ ਰਹੇ ਨੇ, ਇਹਨਾਂ ਦਾ ਰੁਝਾਨ ਬਾਹਰ ਜਾਣ ਦਾ ਕਿਉਂ ਆ। ਤੇ ਸਾਡੇ ਨਾਲ ਚਰਚਾ ਕਰਨ ਲਈ ਹਾਜ਼ਰ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਪ੍ਰੋਫੈਸਰ ਸਾਹਿਬ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਗੁਰਦੀਪ ਜੀ। ਪ੍ਰੋਫੈਸਰ ਸਾਹਿਬ ਤੁਸੀਂ ਇੱਕ ਸਮਾਜ ਸ਼ਾਸਤਰੀ, ਤੁਸੀਂ ਸੋਸ਼ੋਲੋਜੀ ਦੇ ਪ੍ਰੋਫੈਸਰ ਰਹੇ ਹੋ। ਤੁਸੀਂ ਅਸਾਮ ਜਾ ਕੇ ਪੜ੍ਹਾਇਆ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਤੁਸੀਂ ਪੜ੍ਹਾਇਆ ਤੇ ਨਾਲ ਦੀ ਨਾਲ ਤੁਸੀਂ ਪੋਲੀਟੀਕਲ ਐਨਾਲਿਸਟ ਰਹੇ ਹੋ ਪੰਜਾਬ ਦੇ ਵਿੱਚ। ਤੇ ਤੁਸੀਂ ਦੱਸੋਗੇ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ, ਆਪਾਂ ਦੇਖਿਆ ਪਿਛਲੇ ਕਈ ਸਾਲਾਂ ਤੋਂ ਲਗਭਗ 10 ਸਾਲਾਂ ਤੋਂ ਤਾਂ ਇਹ ਆ ਕਿ ਬਹੁਤ ਜ਼ਿਆਦਾ ਆਪਾਂ ਦੇਖੀਏ ਸ਼ਹਿਰਾਂ ਦੇ ਵਿੱਚ ਜਦੋਂ ਅਸੀਂ ਐਂਟਰ ਕਰਦੇ ਹਾਂ, ਈਵਨ ਕਿ ਪਿੰਡਾਂ ਦੇ ਵਿੱਚ ਕਿੰਨੇ ਹੀ ਆਈਲੈਟ ਸੈਂਟਰ ਖੁੱਲ੍ਹ ਗਏ ਨੇ, ਕਿੰਨੇ ਇਮੀਗ੍ਰੇਸ਼ਨ ਸੈਂਟਰ ਖੁੱਲ੍ਹ ਗਏ ਨੇ। ਰੋਜ਼ ਇਹ ਖਬਰਾਂ ਵੀ ਆ ਰਹੀਆਂ ਨੇ ਕਿ ਕਿਸੇ ਨਾਲ ਧੋਖਾਧੜੀ ਵੀ ਹੋ ਗਿਆ। ਕਈ ਮੈਕਸੀਕੋ ਦਾ ਬਾਰਡਰ ਟੱਪ ਕੇ ਅਮਰੀਕਾ 'ਚ ਜਾ ਰਹੇ ਨੇ, ਕਈ ਸਿੱਧੇ ਤੌਰ ਤੇ ਬਾਹਰ ਜਾਣ ਦੀ ਕੋਸ਼ਿਸ਼ਾਂ ਕਰ ਰਹੇ ਨੇ। ਕਿਉਂ ਜਾ ਰਹੇ ਨੇ ਨੌਜਵਾਨ ਪੰਜਾਬ ਛੱਡ ਕੇ? ਦੇਖੋ ਇੱਕ ਚੰਗੀ ਖਬਰ ਵੀ ਹੈ ਤੇ ਮਾੜੀ ਖਬਰ ਵੀ ਜੀ। ਹੈ। ਚੰਗੀ ਖਬਰ ਇਹ ਹੈਗੀ ਆ ਕਿ ਪੰਜਾਬੀ ਜਿਹੜੇ ਹੈ ਉਹ ਭੀਖ ਮੰਗੀ ਮੈਂਟੈਲਿਟੀ ਦੇ ਨਹੀਂ ਹੈ ਜੀ। ਕਿਸੇ ਦੇ ਥੱਲੇ ਲੱਗ ਕੇ ਨਹੀਂ ਜੀਣਾ ਚਾਹੁੰਦੇ ਜੀ। ਕੋਈ ਵੀ ਪੰਜਾਬੀ, ਮੈਂ ਇਰਰਿਸਪੈਕਟਿਵ ਜਾਤ ਧਰਮ ਤੋਂ ਉੱਪਰ ਉੱਠ ਕੇ ਗੱਲ ਕਰ ਰਿਹਾ। ਉਹਨਾਂ ਦੇ ਸੱਭਿਆਚਾਰ ਦੇ ਵਿੱਚ ਇਹ ਹੈ ਕਿ ਅਸੀਂ ਕਮਾ ਕੇ ਖਾਣਾ, ਔਰ ਜੇ ਕੋਈ ਸਾਡਾ ਆਂਢ ਗੁਆਂਢ 'ਚ ਭੁੱਖਾ ਹੈਗਾ ਉਸ ਨੂੰ ਵੀ 4 ਜੇ ਨਾਲ ਰੋਟੀ ਦੇ ਦਿਓ ਤੇ ਉਹ ਵੀ ਭੁੱਖਾ ਨਾ ਰਹੇ, ਨੀਂਦ ਜੋਗਾ ਹੋ ਜਾਏ। ਇਸ ਕਿਸਮ ਦੀ ਸਾਡੀ ਸੋਚ ਆ। ਬਾਕੀ ਦੇ ਸੂਬਿਆਂ ਦੇ ਵਿੱਚ ਵੀ ਕੋਈ ਬੇਰੁਜ਼ਗਾਰੀ ਘੱਟ ਤਾਂ ਨਹੀਂ ਹੈਗੀ, ਤਕਲੀਫਾਂ ਘੱਟ ਤਾਂ ਨਹੀਂ ਹੈ। ਕਿ ਬਿਹਾਰ ਦੇ ਵਿੱਚ ਗਰੀਬੀ ਸਾਡੇ ਨਾਲੋਂ ਘੱਟ ਆ, ਅਨਪੜ੍ਹਤਾ ਸਾਡੇ ਨਾਲੋਂ ਘੱਟ ਆ, ਪਛੜਿਆਪਣ ਸਾਡੇ ਨਾਲੋਂ ਘੱਟ ਆ? ਕਿਤੇ ਬਹੁਤ ਹੈਗਾ। ਮੱਧ ਪ੍ਰਦੇਸ਼ 'ਚ ਕਿੰਨਾ ਹੈਗਾ, ਰਾਜਸਥਾਨ ਦੇ ਕੁਝ ਹਿੱਸਿਆਂ 'ਚ ਆ। ਤੁਸੀਂ ਚੰਡੀਗੜ੍ਹ ਦੇ ਚੌਂਕਾਂ 'ਚ ਦੇਖ ਲਿਓ, ਐਂ ਲੱਗਦਾ ਜਿਵੇਂ ਅੱਧਾ ਰਾਜਸਥਾਨ ਇੱਥੇ ਹੀ ਫਿਰਦਾ ਹੋਵੇ, ਚੌਂਕਾਂ 'ਚ ਭੀਖ ਮੰਗਦੇ ਆ। ਬੜਾ ਦੁੱਖ ਹੁੰਦਾ। ਕੋਈ ਉਹਨਾਂ 'ਚੋਂ ਉਹਨਾਂ ਦੇ ਜਿਹੜੇ ਮਿਊਜ਼ੀਕਲ ਇੰਸਟਰੂਮੈਂਟ ਲੈ ਕੇ ਆ ਗਿਆ, ਕੋਈ ਕੁਛ ਲੈ ਕੇ ਆ ਗਿਆ। ਜਾਣੀ ਉਹਨਾਂ ਦੇ ਆਪਣੇ ਸੂਬੇ ਉਹਨਾਂ ਨੂੰ ਨਹੀਂ ਚੱਲ ਰਹੇ। ਮੈਂ ਈਸਟਰਨ ਯੂਪੀ 'ਚੋਂ ਬੜੀ ਦੇਰ ਦੇ ਲੋਕ ਪੰਜਾਬ 'ਚ ਆਏ ਹੋਏ ਆ। ਇਹ ਕਹਿਣ ਦਾ ਮਤਲਬ ਮੇਰਾ ਹੈ ਕਿ ਜਦੋਂ ਉਹਨਾਂ ਦੇ ਸੂਬੇ ਉਹਨਾਂ ਨੂੰ ਨਹੀਂ ਚੱਲਦੇ ਤੇ ਤਰੀਕਾ ਤੇ ਇਹ ਕਿ ਜਾਂ ਤੇ ਲੋਕ ਮਾਈਗ੍ਰੇਟ ਕਰਦੇ ਆ ਜਾਂ ਉੱਥੇ ਬੈਠੇ ਆਪਣੀ ਕਿਸਮਤ ਨੂੰ ਰੋਂਦੇ ਆ ਵੀ ਸਾਡੀ ਕਿਸਮਤ ਹੀ ਮਾੜੀ ਆ ਜੀ, ਕੀ ਕਰੀਏ। ਪਰ ਉਹ ਉੱਠ ਕੇ ਬਗਾਵਤ ਕਰਨੀ ਜਾਂ ਉੱਠ ਕੇ ਇੱਕ ਸਿਰ ਉੱਚਾ ਅਦਬ ਵਾਲਾ ਸਵੈ ਅਭਿਮਾਨ ਵਾਲਾ ਜੀਵਨ ਜੀਣ ਲਈ ਕੋਸ਼ਿਸ਼ਾਂ ਕਰਦੇ ਰਹਿਣਾ, ਕਿਤੇ ਵੀ ਝੁਕਣਾ ਨਹੀਂ, ਕਿਤੇ ਵੀ ਡਰਨਾ ਨਹੀਂ, ਕਦਮਾਂ ਨੂੰ ਪੱਕੇ ਤੌਰ ਤੇ ਅੱਗੇ ਵਧਾਉਣ ਦਾ ਨਿਸ਼ਚਾ ਕਰਕੇ ਰੱਖਣਾ, ਇਹ ਸਾਡੀ ਫਿਤਰਤ ਹੈ। ਇਹ ਸਾਨੂੰ ਗੁਰੂ ਸਾਹਿਬਾਨਾਂ ਨੇ ਵੀ ਦੱਸਿਆ। ਸਾਡੀ ਜਿੱਥੇ ਕਿ ਜਿਓਗ੍ਰਾਫੀਕਲ ਲੋਕੇਸ਼ਨ ਹੈਗੀ ਹੈ, ਇੱਥੇ ਇਸ ਹਾਲਾਤਾਂ ਨੇ ਸਾਨੂੰ ਹਮੇਸ਼ਾ ਸੰਘਰਸ਼ਸ਼ੀਲ ਵੀ ਬਣਾਇਆ, ਨਿਡਰ ਵੀ ਬਣਾਇਆ। ਲੋਕਾਂ ਦਾ ਜਿੱਥੋਂ ਤੱਕ ਸਵਾਲ ਆ, ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਗੁਰਦੀਪ। ਉਹ ਤੇ ਚੰਗੇ ਹੀ ਸੀਗੇ, ਚੰਗੇ ਰਹਿਣਗੇ। ਪਰ ਜਿਹੜੇ ਸਾਡੀ ਜਿਸ ਕਿਸਮ ਦੇ ਸੱਤਾ 'ਚ ਲੋਕ ਆਏ,
ਖਾਸ ਕਰਕੇ ਪਿਛਲੇ 30-40 ਸਾਲਾਂ ਤੋਂ ਉਹਨਾਂ ਨੇ ਹੌਲੀ ਕਰਕੇ ਇੰਨਾ ਨਾ ਪੱਠਾ ਬਿਠਾ ਦਿੱਤਾ ਕਿ ਲੋਕਾਂ ਲਈ ਸਰਕਾਰ ਨੂੰ ਚੁਣਨਾ ਇੱਕ ਕੋਈ ਖੁਸ਼ੀ ਦੀ ਗੱਲ ਨਹੀਂ ਰਹਿ ਗਈ, ਇੱਕ ਮਜਬੂਰੀ ਬਣ ਗਈ ਹੈ। ਤੇ ਉਹਨਾਂ ਨੂੰ ਇੰਝ ਲੱਗਦਾ ਕਿ ਅਸੀਂ ਵੋਟਾਂ ਪਾ ਕੇ ਆਪਣੇ ਹੀ ਜਲਾਦ ਚੁਣ ਰਹੇ ਹਾਂ ਜੀ। ਇਸ ਕਿਸਮ ਦੀ ਇੱਕ ਭਾਵਨਾ ਹੋ ਗਈ। ਅਕਾਲੀ ਦਲ ਬੜਾ ਇੱਕ ਤੁਹਾਨੂੰ ਪਤਾ ਕਿ ਤਕੜਾ ਰਾਜਨੀਤਿਕ ਦਲ ਹੈਗਾ ਆ, ਬੜੀ ਉਹਨਾਂ ਦਾ ਇਤਿਹਾਸ ਆ, ਬੜਾ ਗੌਰਵਮਈ ਵੀ ਇਤਿਹਾਸ ਆ। ਪਰ ਪਿਛਲੇ 30-40 ਸਾਲਾਂ ਦੇ ਵਿੱਚ ਜਿਸ ਤਰੀਕੇ ਨਾਲ ਖਾਸ ਕਰਕੇ ਜਦੋਂ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਏ, ਉਹ ਤੇ ਪਾਰਟੀ ਵਾਲੇ ਤੇ ਕਹਿੰਦੇ ਕਿ ਅਸੀਂ ਤੇ ਜੀ ਬਾਗੋ ਬਾਗ ਕਰ ਦਿੱਤਾ, ਅਸੀਂ ਸੜਕਾਂ ਬਣਾਈਆਂ, ਅਸੀਂ ਆਹ ਕੀਤੇ, ਆਹ ਕਾਲਜ ਖੋਲ੍ਹੇ, ਕੀਤੇ ਹੋਣਗੇ, ਖੋਲ੍ਹੇ ਵੀ ਹੋਣਗੇ, ਪਰ ਨਾਲ ਹੀ ਨਾਲ ਪੰਜਾਬ ਨੂੰ ਕਿਤੇ ਨਾ ਕਿਤੇ ਅਸੀਂ ਇਸ ਪਾਸੇ ਲੈ ਗਏ ਕਿ ਮੁਫਤ ਖੋਰਿਆਂ ਵੱਲ ਲੈ ਗਏ ਜੀ। ਕਿਹੜੇ ਬੰਦਿਆਂ ਨੇ, ਕਿਹੜੇ ਕਿਸਾਨਾਂ ਨੇ ਆ ਕੇ ਬਾਦਲ ਸਰਕਾਰ ਨੂੰ ਕਿਹਾ ਸੀਗਾ ਕਿ ਸਾਨੂੰ ਤੁਸੀਂ ਬਿਜਲੀ ਮੁਫਤ ਕਰ ਦਿਓ ਟਿਊਬਵੈੱਲਾਂ ਦੀ? ਕਿਸੇ ਨੇ ਕਿਹਾ ਸੀ? ਨਾ। ਮੈਨੂੰ ਪੱਕਾ ਯਾਦ ਆ ਕਿ ਲੋਕ ਇਹ ਕਹਿੰਦੇ ਸੀਗੇ ਕਿ ਬਿਜਲੀ ਆਉਣੀ ਚਾਹੀਦੀ ਹੈ। ਬਿਲਕੁਲ। ਪੈਸੇ ਦੇਣ ਲਈ ਲੋਕ ਤਿਆਰ ਸੀ ਜੀ, ਕਿਉਂਕਿ 4 ਪੈਸੇ ਉਦੋਂ ਖੇਤੀ 'ਚ ਬਚਦੇ ਵੀ ਸੀ। ਜੀ। ਸਿਰਫ ਤੇ ਸਿਰਫ ਖੁਸ਼ ਕਰਨ ਲਈ ਇਹ ਗੱਲ ਕੱਢ ਦਿੱਤੀ ਕਿ ਤੁਸੀਂ ਜੀ ਮੁਫਤ ਪਾਣੀ, ਮੁਫਤ ਬਿਜਲੀ। ਉਹਦਾ ਰਿਜ਼ਲਟ ਕੀ ਨਿਕਲਿਆ? ਲੋਕਾਂ ਨੇ ਧੜਾ ਧੜ 14-15 ਲੱਖ ਟਿਊਬਵੈੱਲ ਪੰਜਾਬ ਦੇ ਵਿੱਚ ਲਾਤੇ ਤੇ ਥੱਲੇ ਵਾਲਾ ਪਾਣੀ ਪਹਿਲਾਂ ਉੱਪਰ ਵਾਲੀ ਸਤ੍ਹਾ, ਫਿਰ ਦੂਜੀ ਸਤ੍ਹਾ, ਫਿਰ ਤੀਜੀ ਸਤ੍ਹਾ, ਹੁਣ ਚੌਥੀ ਸਤ੍ਹਾ ਤੱਕ 500-500 ਫੁੱਟ ਤੇ ਗਹਿਰਾ ਪਾਣੀ, ਜਿਹੜਾ ਅੰਮ੍ਰਿਤ, ਜਿਹੜਾ ਸਦੀਆਂ 'ਚ, ਕਈ ਸਦੀਆਂ 'ਚ ਪਾਣੀ ਥੱਲੇ ਜਾ ਕੇ ਇਕੱਠਾ ਹੋ ਕੇ ਉਹ ਸਾਡੇ ਲਈ ਇੱਕ ਰਿਜ਼ਰਵ ਹੈਗਾ। ਉਸ ਨੂੰ ਅਸੀਂ ਕਾਹਦੇ ਲਈ ਬਿਲਕੁਲ ਭੰਗ ਦੇ ਪਹਾੜੇ ਵਿੱਚ ਕੱਢੀ ਜਾਂਦੇ ਹਾਂ ਔਰ ਉਸ ਨੂੰ ਖਤਮ ਕਰੀ ਜਾਂਦੇ ਹਾਂ ਜੀ। ਇਹ ਇੱਕ ਮੈਂ ਕਹੂੰਗਾ ਕਿ ਲੋਕਾਂ ਨੂੰ ਖੁਸ਼ ਕਰਕੇ ਵੋਟਾਂ ਬਟੋਰਨ ਦੀ ਪਾਲਿਸੀ ਜੇ ਨਹੀਂ ਸੀ ਤਾਂ ਹੋਰ ਕੀ ਸੀ ਜੀ। ਇਸੇ ਤਰੀਕੇ ਨਾਲ ਸਾਡੇ ਪੰਜਾਬ ਨੂੰ ਹੋਰ ਮਜ਼ਬੂਤ ਕਰਨ ਦੀ ਜਗ੍ਹਾ ਜਿਹੜੀਆਂ ਵੀ ਬਾਅਦ ਵਿੱਚ ਸਰਕਾਰਾਂ ਆਈਆਂ, ਉਹਨਾਂ ਨੇ 2 ਚੀਜ਼ਾਂ ਜਿਹੜੀਆਂ ਜ਼ਰੂਰੀ ਸੀ ਕਰਨ ਵਾਲੀਆਂ, ਇੱਕ ਸਿਹਤ, ਦੂਜੀ ਸਿੱਖਿਆ। ਇਹਦੀ ਕੁਆਲਿਟੀ ਯਾਨੀ ਜਿਹੜੀ ਇੰਝ ਕਹਿ ਲਓ ਕਿ ਕਿਸ ਕਿਸਮ ਦੀ ਹੈਗੀ ਆ, ਕਿੰਨੇ ਕੁ ਵਧੀਆ ਢੰਗ ਨਾਲ ਅਸੀਂ ਇਹ ਬਣਾ ਸਕਦੇ ਹਾਂ, ਇਹ ਚਾਹੀਦੀ ਸੀ। ਉਹਦੇ 'ਤੇ ਦੋਹਾਂ ਨੇ ਨਹੀਂ ਧਿਆਨ ਦਿੱਤਾ। ਪ੍ਰਾਈਵੇਟਾਈਜੇਸ਼ਨ ਦੋਹਾਂ 'ਚ ਹੀ ਆ ਗਈ। ਆਹ ਹਸਪੀਟਲ ਜੀ, ਆਹ ਫਲਾਨਾ ਜੀ, ਟਮਕਾਣਾ, ਮੈਂ ਇਕੱਲੇ ਦਾ ਨਾਂ ਨਹੀਂ ਲਊਂਗਾ, ਐਵੇਂ ਚੰਗਾ ਨਹੀਂ ਲੱਗਦਾ ਕਿ ਟਾਰਗੇਟ ਕਰਦੇ ਆ। ਪਰ ਜਿਹੜੀਆਂ ਸਾਡੀਆਂ ਮਹਿੰਗੀਆਂ ਸਿਹਤ ਸੇਵਾਵਾਂ, ਜਿਹੜੇ ਕਿ ਬਹੁਤ ਵੱਡੇ ਪੈਸੇ ਵਾਲੇ ਹੀ ਅਫੋਰਡ ਕਰ ਸਕਦੇ ਆ, ਉੱਥੇ ਤੇ ਥੋੜ੍ਹਾ ਠੀਕ ਠਾਕ ਹੈਗਾ। ਪਤਾ ਨਹੀਂ ਮੈਨੂੰ ਠੀਕ ਠਾਕ ਹੈਗੇ, ਘੱਟੋ ਘੱਟ ਇੰਪਰੈਸ਼ਨ ਹੈ ਕਿ ਠੀਕ ਠਾਕ ਹੈਗਾ। ਬਾਕੀ ਥੱਲੇ ਜਿਹੜੇ ਹੈਲਥ ਸੈਂਟਰ ਆ, ਡਿਸਟ੍ਰਿਕਟ ਹਸਪੀਟਲ ਆ ਜਾਂ ਹੋਰ ਪ੍ਰਾਇਮਰੀ, ਉੱਥੇ ਜਾ ਕੇ ਦੇਖ ਲਓ, ਭੰਗ ਪੁੱਜਦੀ ਆ, ਬੁਰਾ ਹਾਲ ਆ। ਇਸੇ ਤਰੀਕੇ ਨਾਲ ਪੜ੍ਹਾਈ ਸਰਕਾਰੀ ਸਕੂਲਾਂ ਬਾਰੇ ਇਹ ਇੱਕ ਬਣ ਗਿਆ ਕਿ ਉਹ ਜਾਂ ਤੇ ਗਰੀਬ ਲੋਕਾਂ ਦਾ ਤੇ ਜਾਂ ਖਾਸ ਕਰਕੇ ਦਲਿਤਾਂ ਦੇ ਬੱਚੇ ਉੱਥੇ ਮਿਡ ਡੇ ਮੀਲ ਖਾਣ ਜਾਂਦੇ ਆ, ਪੜ੍ਹਾਈ ਦਾ ਕੋਈ ਨਾਂ ਥੇ ਨਹੀਂ। ਮੈਨੂੰ ਪਿਛਲੇ ਹਫ਼ਤੇ ਤਰਨਤਾਰਨ ਤੋਂ ਇੱਕ ਬਹੁਤ ਹੀ ਵਧੀਆ ਟੀਚਰ ਇਹ ਦੱਸ ਰਿਹਾ ਸੀਗਾ ਕਿ ਭਾਈ ਸਾਹਿਬ, ਪ੍ਰੈਸ ਸਾਹਿਬ, ਤੁਹਾਨੂੰ ਅਸੀਂ ਸੁਣਦੇ ਰਹਿੰਦੇ ਹਾਂ, ਮੈਂ ਤੁਹਾਨੂੰ ਥੱਲੇ ਦੀ ਹਾਲਾਤ ਦੱਸ ਦਿੰਦਾ, 7 ਕਲਾਸਾਂ ਪੜ੍ਹਾਉਣੀਆਂ ਪੈਂਦੀਆਂ ਤੇ ਟੀਚਰ ਕਿੰਨਾ? ਇੱਕ। ਉਹ ਪ੍ਰਿੰਸੀਪਲ ਵੀ ਆ, ਟੀਚਰ ਵੀ ਆ, ਉਹ 7 ਕਲਾਸਾਂ ਅਲੱਗ-ਅਲੱਗ, ਪਹਿਲੀ, ਦੂਜੀ, ਤੀਜੀ, ਚੌਥੀ। ਹੁਣ ਉਹ ਪੜ੍ਹਾਊਗਾ ਕਿ ਉਹਨਾਂ ਨੂੰ ਉੱਥੇ ਸੁਪਰਵਾਈਜ਼ ਕਰਕੇ ਇੱਕ ਜਗ੍ਹਾ ਤੇ ਕਲਾਸਾਂ 'ਚ ਬੰਦ ਰੱਖੂਗਾ? ਜੀ, ਇਹ ਤਾਂ ਇੱਕ ਮੈਂ ਤੁਹਾਡੇ ਨਾਲ ਅਸੀਂ ਇੱਕ ਸਰਵੇ ਕੀਤਾ ਜੀ ਪ੍ਰੋਫੈਸਰ ਸਾਹਿਬ, ਆਪਾਂ ਗਿਆ ਸੀ ਚੰਡੀਗੜ੍ਹ ਦੇ ਨਾਲ ਹੀ ਪਿੰਡ ਆ ਮਸੋਲ, ਨਵੇਂ ਗਾਉਂ ਦੇ ਪਿੱਛੇ ਆ, ਮੋਹਾਲੀ ਡਿਸਟ੍ਰਿਕਟ ਦਾ। ਉੱਥੇ ਇੱਕੋ ਟੀਚਰ ਹੋਣ ਦੇ ਕਾਰਨ ਟੀਚਰ ਨੇ ਕੀ ਕੀਤਾ, ਸਕੂਲ ਵਾਲਾ ਜਿਹੜੇ 2 ਕਮਰੇ ਸੀ ਉਹਦੇ ਵਿੱਚ ਦੀ ਕੰਧ ਪਾੜ ਕੇ ਖੁੱਲੀ ਜਗ੍ਹਾ ਕਰ ਲਈ ਸੀ ਕਿ ਉਹ ਦੋਨਾਂ ਕਲਾਸਾਂ ਨੂੰ ਹੈਂਡਲ ਕਰ ਸਕੇ। ਇਹ ਹਾਲਾਤ ਨੇ ਕਰ ਨਹੀਂ ਸਕਦਾ। ਇਹ ਚੰਡੀਗੜ੍ਹ ਦੇ ਨੇੜੇ ਆ ਕੇ ਤੁਸੀਂ ਰਿਮੋਟ ਏਰੀਆ 'ਚ ਸੋਚ ਲਓ। ਇਹ ਹਾਲਾਤ ਬਣੇ ਹੋਏ ਆ ਧਰਾਤਲ ਤੇ। ਠੇਕੇਦਾਰੀ ਸਿਸਟਮ ਦੇ ਤਾਂ ਕੱਚੇ ਟੀਚਰ ਰੱਖਦੇ, 6-6 ਹਜ਼ਾਰ ਤੇ ਟੀਚਰ ਰੱਖ, ਕਾਰਨ ਕਿ ਜਿਹੜੇ ਗਰੀਬਾਂ ਦੇ ਬੱਚੇ ਆ ਉਹ ਸਸ਼ਕਤ ਨਾ ਹੋ ਸਕਣ, ਕਿਤੇ ਅਨਲਾਈਟਨ ਨਾ ਹੋ ਜਾਣ, ਉਹਨਾਂ ਨੂੰ ਸੂਝ-ਬੂਝ ਅਕਲ ਨਾ ਆ ਜੇ, ਉਹ ਇਹਨਾਂ ਨੂੰ ਸਵਾਲ ਨਾ ਕਰਨ ਲੱਗ ਜਾਣ। ਜਿਹੜੇ ਘਾਹ ਖੋਦਦੇ ਮਾਂ-ਬਾਪ ਹੈ ਜਿਨ੍ਹਾਂ ਦੇ, ਉਹਨਾਂ ਦੇ ਗਾਂ ਘਾਈ ਹੀ ਪੈਦਾ, ਘਾਹ ਖੋਦਣ ਵਾਲੇ ਹੀ ਗਾਂ ਬੱਚੇ ਪੈਦਾ ਹੋਣ, ਉਹ ਉੱਥੇ ਹੀ ਟਿਕੇ ਰਹਿਣ, ਇਹ ਕੰਮ ਕਰਤਾ। ਤੇ ਜਿਹੜੇ ਸਕੂਲ ਇਸ ਵੇਲੇ ਅੱਧਿਓਂ ਵੱਧ ਬੱਚੇ ਸਕੂਲਾਂ ਦੇ ਜਿਹੜੇ, ਉਹ ਆਪਾਂ ਨੂੰ ਪਤਾ ਕਿ ਉਹ ਪ੍ਰਾਈਵੇਟਾਂ 'ਚ ਚਲੇ ਗਏ। ਜਿਨ੍ਹਾਂ ਕੋਲ ਵੀ 4 ਪੈਸੇ ਹੈਗੇ ਉਹ ਪ੍ਰਾਈਵੇਟ
ਚੱਕ ਕੇ ਉਹਨਾਂ ਨੂੰ ਆਪਣੇ ਕੋਲ ਲੈ ਗਏ, ਟਾਈਆਂ ਬੰਨ੍ਹਦੇ, ਬੱਸਾਂ ਆਉਂਦੀਆਂ ਚੱਕ ਕੇ ਸਵੇਰੇ ਲੈ ਜਾਂਦੀਆਂ, ਸ਼ਾਮੀ ਛੱਡਦੀਆਂ। ਤੇ ਮਾਂ ਬਾਪ ਬੜੇ ਉਹ ਇਹ ਨਹੀਂ ਕਹਿੰਦੇ ਕਿ ਊੜਾ ਊਠ ਕੇ ਇਹ ਐਪਲ ਇਹ ਹੈ ਦੁਕਾਨ 'ਤੇ ਜਾਣਗੇ, ਇਹ ਬੱਚੇ ਐਪਲ ਆ, ਉਹ ਭਿੰਡੀ ਨਹੀਂ ਸਿਖਾਉਂਦੇ ਉਹਨੂੰ, ਸੇਬ ਨਹੀਂ ਸਿਖਾਉਂਦੇ। ਉਹਨਾਂ ਨੇ ਨਾ ਐਪਲ ਸਿੱਖਣਾ ਤੇ ਨਾ ਸੇਬ ਸਿੱਖਣਾ, ਹੋਰ ਹੀ ਕੁਛ ਕੱਦੂ ਬਣ ਜਾਣਗੇ। ਇਹ ਹਾਲਾਤ ਤੁਸੀਂ ਮਾਂ ਬੋਲੀ ਨੂੰ ਹੀ ਨਫ਼ਰਤ ਕਰਦੇ ਹੋ, ਮਾਂ ਬੋਲੀ ਨੂੰ ਛੁਡਾਈ ਜਾਂਦੇ। ਕਿੱਥੇ ਗਈ ਤੁਹਾਡੀ ਪੰਜਾਬ ਭਗਤੀ, ਪੰਜਾਬੀ ਭਗਤੀ? ਉਹ ਹੈ ਹੀ ਨਹੀਂ। ਹੁਣ ਵਾਲੀ ਸਰਕਾਰ ਦਾ ਵੀ ਲਾ ਲਓ, ਉਸੇ ਰਾਹ 'ਤੇ ਚੱਲੇ ਹੋਏ ਆ ਜੀ ਸਾਡੇ ਪਤਾ ਨਹੀਂ ਸਕੂਲਸ ਆਫ ਐਕਸੈਲੈਂਸ, ਐਮੀਨੈਂਸ ਤੇ ਦੂਜਾ ਬ੍ਰਿਟਿਸ਼ ਕੌਂਸਲ ਦੇ ਨਾਲ ਜਿਹੜਾ ਇੰਗਲਿਸ਼ ਵਾਲਾ ਪਾਵਰ ਆਫ ਨੌਲੇਜ ਵਾਲਾ। ਫਿਰ ਤੁਸੀਂ ਇੱਥੇ ਜੀ ਕਾਲਜਾਂ ਵਿੱਚ ਹੁਣ ਲੋਕਾਂ ਨੂੰ ਅੰਗਰੇਜ਼ੀ ਅੰਗਰੇਜ਼ ਨਵੇਂ ਕਾਲੀ ਸਕਿਨ ਹੋਊਗੀ, ਪਰ ਹੋਣਗੇ ਅੰਗਰੇਜ਼ ਜੀ, ਉਹ ਅਸੀਂ ਪੈਦਾ ਕਰ ਦੇਣੇ ਆ, ਕਿਉਂਕਿ ਇਹਦੀ ਮਾਰਕੀਟ ਬੜੀ ਆ। ਕਿਹੜੇ ਲੋਕਾਂ ਨੂੰ ਭਰੋਸੇ ਦੇ ਕੇ, ਉਮੀਦਾਂ ਦੇ ਕੇ ਤੁਸੀਂ ਚੰਗੀ ਪੜ੍ਹਾਈ ਦੀ ਗੱਲ ਕਰੋ? ਮੈਂ ਤੁਹਾਨੂੰ ਇਸ ਕਰਕੇ ਵਿਆਖਿਆ ਕਰ ਰਿਹਾ ਕਿ ਜਿੱਥੋਂ ਆਮ ਲੋਅਰ ਮਿਡਲ ਕਲਾਸ ਦਾ ਜਾਂ ਦਲਿਤਾਂ ਦਾ ਜਾਂ ਆਮ ਬੱਚਿਆਂ ਨੇ ਸਸ਼ਕਤ ਹੋ ਕੇ, ਤਕੜੇ ਹੋ ਕੇ ਪੰਜਾਬ ਨੂੰ ਸਾਂਭਣਾ ਸੀ, ਉਹ ਅਸੀਂ ਸਾਰੇ ਦਾ ਸਾਰਾ ਇੱਕ ਜਨਰੇਸ਼ਨ ਨੂੰ ਤਬਾਹ ਕਰਤਾ। ਇਨ੍ਹਾਂ ਹਾਲਾਤਾਂ 'ਚ ਕੀ ਹੋਇਆ ਕਿ ਨਾ ਤੇ ਅਸੀਂ ਇਕੋਨਮੀ ਤਕੜੀ ਕੀਤੀ ਹੈ ਜੀ, ਉਹ ਜਿੱਥੇ ਪੈਸਾ ਬਚਣਾ ਸੀ, ਜਿਸ ਤਰ੍ਹਾਂ ਹੁਣ ਪਤਾ ਤੁਹਾਨੂੰ ਬਿਜਲੀ ਦੇ ਉੱਤੇ ਸਿਰਫ ਤੇ ਸਿਰਫ ਬਿਜਲੀ ਦੇ ਉੱਤੇ ਕਿੰਨਾ ਪੈਸਾ ਅਸੀਂ ਸਬਸਿਡੀ ਦੇ ਰਹੇ ਹਾਂ? 20,000 ਕਰੋੜ ਰੁਪਈਆ ਜੀ। ਤੁਸੀਂ ਸੋਚ ਕੇ ਦੇਖੋ ਕਿ ਜੇ ਇਹਦੇ 'ਚੋਂ 5,000 ਕਰੋੜ ਰੁਪਈਆ ਸਿਹਤ ਸੇਵਾਵਾਂ ਨੂੰ ਦੇ ਦਿੱਤਾ ਜਾਏ ਤੇ 10,000 ਕਰੋੜ ਰੁਪਈਆ ਤੁਸੀਂ ਦੇ ਦਿਓ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਨੂੰ, ਕਿਤੇ ਤੋਂ ਕਿਤੇ ਪੰਜਾਬ ਸਵਾਲ ਹੀ ਨਹੀਂ ਕੋਈ ਬਾਹਰ ਬੰਦਾ ਚਲੇ ਜੇ ਜਿਹੜਾ ਤੁਸੀਂ ਸਵਾਲ ਕੀਤਾ। ਕੀ ਲੈਣ ਜਾਣਾ ਬਾਹਰ? ਧੱਕੇ ਖਾਂਦੇ ਬੱਚੇ ਸਾਡੇ, ਉਹ ਤੇ ਮਜਬੂਰਨ ਵਾਸਤੇ ਜਾਂਦੇ ਆ। ਹੋਇਆ ਇੰਝ ਹੈ ਕਿ ਜਦੋਂ ਇੱਥੇ ਲਿਬਰਲਾਈਜੇਸ਼ਨ ਪਿਛਲੇ 20 ਸਾਲ 'ਚ ਆਈ ਕਿ ਲਓ ਜੀ ਹੁਣ ਤੇ ਜੀ ਪ੍ਰਾਈਵੇਟ ਸਕੂਲਾਂ, ਭਟੂਰੇ ਬਣਾਉਣ ਵਾਲਾ ਵੀ ਯੂਨੀਵਰਸਿਟੀ ਖੋਲ੍ਹ ਸਕਦਾ, ਮਠਿਆਈਆਂ ਵਾਲਾ ਵੀ ਖੋਲ੍ਹ ਸਕਦਾ, ਯੂਨੀਵਰਸਿਟੀ ਖੋਲ੍ਹ ਸਕਦਾ। ਕਈਆਂ ਨੇ ਭਟੂਰੇ ਜਿਨ੍ਹਾਂ ਦੇ ਚੰਗੇ ਚੱਲਦੇ ਸੀ ਖੋਲ੍ਹ ਲਈਆਂ ਜੀ। ਬੀਐਡ ਕਾਲਜ ਗਿਣੇ ਚੁਣੇ ਸਾਰੇ ਪੰਜਾਬ ਦੇ ਅੰਦਰ ਹੁੰਦੇ ਸੀ, ਔਰ ਬੜਾ ਮੁਸ਼ਕਲ ਸੀ ਜਿੱਥੇ ਟੀਚਰ ਟ੍ਰੇਨਿੰਗ ਹੁੰਦੀ ਹੈ। ਠੀਕ ਹੈ, ਤੁਸੀਂ ਮੰਨੋਗੇ ਨਹੀਂ, 3-4 ਸਾਲਾਂ 'ਚ ਪੰਜਾਬ ਦੇ ਅੰਦਰ 250 ਤੋਂ ਉੱਪਰ ਬੀਐਡ ਕਾਲਜ ਖੋਲ੍ਹ ਦਿੱਤਾ ਜੀ। ਇੰਨੀ ਮਸ਼ਰੂਮ, ਕਿਉਂਕਿ ਪੈਸਾ ਬੜਾ ਸੀ, ਹਰ ਕੋਈ ਬੀਐਡ ਕਰਨਾ ਚਾਹੁੰਦਾ ਸੀ, ਹਰ ਕੋਈ ਟੀਚਰ ਲੱਗਣਾ ਚਾਹੁੰਦਾ ਸੀ, ਤੇ ਸਟਾਫ ਕਿਤੇ ਹੈ ਹੀ ਨਹੀਂ ਪੜ੍ਹਾਉਣ ਜੋਗਾ। ਕਾਲਜ ਖੋਲ੍ਹ ਤੇ ਫੀਸਾਂ ਲੈ ਲਈਆਂ, ਟੀਚਰ ਦੀ ਕੋਈ ਟ੍ਰੇਨਿੰਗ ਚੰਗੀ ਹੋਈ ਨਹੀਂ, ਉਹ ਨਾ ਟੀਚਰ ਰਹੇ ਤੇ ਨਾ ਪੜ੍ਹੇ ਲਿਖਿਆਂ 'ਚ ਆਏ ਜੀ। ਤੇ ਜਿਸ ਤਰੀਕੇ ਨਾਲ ਮਸ਼ਰੂਮਿੰਗ ਖੁੱਲੇ ਗੁਰਦੀਪ, ਉਹਦੇ ਨਾਲ ਤੇਜ਼ੀ ਨਾਲ ਉਹ ਵਾਈਂਡ ਅਪ ਹੋ ਗਏ। ਇੰਜੀਨੀਅਰਿੰਗ ਬਹੁਤ ਥੋੜ੍ਹੇ ਕਾਲਜ ਸੀ, ਮੈਂ ਜਾਣਦਾ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਸੀ, ਜਾਂ ਚੰਡੀਗੜ੍ਹ 'ਚ ਪੈਕ ਸੀ, ਹੋਰ ਬਹੁਤ ਥੋੜ੍ਹੇ ਗਿਣੇ ਚੁਣੇ ਇੰਜੀਨੀਅਰਿੰਗ ਕਾਲਜ ਪੰਜਾਬ 'ਚ ਸੀ। ਸਾਡੇ ਬੱਚੇ ਉਹ ਕਰਨਾਟਕਾ 'ਚ ਜਾਂਦੇ ਸੀ, ਮੈਡੀਕਲ ਲਈ ਕਰਨਾਟਕਾ ਜਾਂਦੇ ਸੀ, ਬੜੇ ਮੋਟੇ ਪੈਸੇ ਦੇ ਕੇ, ਫੀਸਾਂ ਦੇ ਕੇ ਉੱਥੇ ਡਿਗਰੀਆਂ ਕਰਕੇ ਆਉਂਦੇ, ਕਿਉਂਕਿ ਇੱਥੇ ਥੋੜ੍ਹੇ ਸੀ। ਵੀ ਇੱਥੇ ਖੁੱਲ੍ਹਣੀਆਂ ਚਾਹੀਦੀਆਂ, ਇਹ ਮਿਲਣਾ ਚਾਹੀਦਾ, ਪਰ ਤੁਸੀਂ ਕੁਆਲਿਟੀ 'ਤੇ ਖਿਆਲ ਰੱਖਦੇ। ਸਰਕਾਰ ਉਹਦੀ ਕੁਆਲਿਟੀ 'ਤੇ ਕੋਈ ਰੈਗੂਲੇਟ ਕਰਕੇ ਰੱਖਦੀ, ਅਤੇ ਜੇ ਕੁਆਲਿਟੀ ਚੰਗੀ ਹੁੰਦੀ ਸਾਡੀ ਪੜ੍ਹਾਈ ਦੀ, ਪ੍ਰਾਈਵੇਟ ਦੀ ਮੈਂ ਕਹਿ ਰਿਹਾ, ਭਾਵੇਂ ਬੀਐਡ ਦੀ ਹੋਵੇ, ਭਾਵੇਂ ਡਾਕਟਰੀ ਦੀ ਹੋਵੇ, ਭਾਵੇਂ ਇੰਜੀਨੀਅਰਿੰਗ ਦੀ ਹੋਏ, ਤਾਂ ਬਾਕੀ ਦੇ ਸੂਬਿਆਂ 'ਚੋਂ ਵੀ ਇੱਥੇ ਪੜ੍ਹਾਈ ਲੈਣ ਆਉਂਦੇ ਵੀ ਪੰਜਾਬ ਚਲੋ, ਪੰਜਾਬ ਦੇ ਪੜ੍ਹਿਆਂ ਨੂੰ ਫਟ ਦੇਣੀ ਨੌਕਰੀਆਂ ਮਿਲਦੀ। ਇਹ ਨਹੀਂ ਕੀਤਾ, ਦੁਕਾਨਾਂ ਖੋਲ੍ਹ ਲਈਆਂ, ਦਿਖਾਇਆ ਕੁਛ, ਕੀਤਾ ਕੁਛ, ਪੈਸੇ ਲੋਕਾਂ ਤੋਂ ਲੁੱਟ ਲਏ। ਬੱਚਿਆਂ ਨੇ ਇਹ ਸੋਚਣਾ, ਮਾਂ-ਬਾਪ ਨੇ ਸ਼ੁਰੂ ਕਰਤਾ ਗੁਰਦੀਪ, ਕਿ ਹਾਂ ਜੇ ਅਸੀਂ ਇੰਜੀਨੀਅਰਿੰਗ ਦੀ ਡਿਗਰੀ ਕਰਨੀ ਆ, ਜਾਂ ਕੋਈ ਇੰਜੀਨੀਅਰ ਬਣਾਉਣ ਦੀ ਡਿਗਰੀ ਕਰਨੀ ਆ, ਤੇ ਜਾਂ ਡਾਕਟਰ ਕਿਸੇ ਨੂੰ ਬਣਾਉਣਾ, ਉਹਨਾਂ ਨੇ ਕੈਲਕੂਲੇਟ ਕੀਤਾ ਕਿ 15 ਲੱਖ, 20 ਲੱਖ, 25 ਲੱਖ, 30 ਲੱਖ, ਜਿਹੋ ਜਿਹੀ ਦੁਕਾਨ ਉਹੋ ਜਿਹਾ ਪੈਸਾ, ਉਹੋ ਜਿਹਾ ਪਕਵਾਨ। ਤੇ ਉਹਨਾਂ ਨੇ ਇਹ ਹਿਸਾਬ ਲਾਇਆ ਵੀ ਅੱਛਾ ਕੈਨੇਡਾ 'ਚ ਜਾਵਾਂਗੇ ਤਾਂ 20 ਲੱਖ ਰੁਪਈਆ, 25 ਲੱਖ ਰੁਪਈਆ ਤੇ ਉੱਥੇ ਜਾਣ ਲਈ, ਐਡਮਿਸ਼ਨ ਲੈਣ ਲਈ ਲੱਗਦਾ, ਫਿਰ ਇੱਥੇ ਕਿਉਂ ਕਰਨਾ? ਇੱਕ ਵਾਰੀ ਕੈਨੇਡਾ ਵੜ ਗਿਆ ਫਿਰ ਨਿਕਲਣਾ ਨਹੀਂ, ਫਿਰ ਅਸੀਂ ਪੀਆਰਸ਼ਿਪ ਉੱਥੇ ਹੀ ਕੰਮ ਲਈ ਅਬਜ਼ੌਰਬ ਹੋ ਜਾਵਾਂਗੇ। ਜਦੋਂ ਇਹ ਫਰੰਟ ਖੁੱਲ੍ਹ ਗਿਆ, ਲੋਕਾਂ ਦੀ ਕੈਲਕੂਲੇਸ਼ਨ ਹੋ ਗਈ, ਇਹ ਬਿਲਕੁਲ ਤੇ ਬਿਲਕੁਲ ਇਕਨੋਮਿਕ ਕੈਲਕੂਲੇਸ਼ਨ ਦਾ, ਆਰਥਿਕ ਤੌਰ 'ਤੇ ਜਮ੍ਹਾਂ ਘਟਾ ਦੇ ਤੌਰ 'ਤੇ ਲੋਕਾਂ ਨੇ ਫਾਇਦਾ ਨੁਕਸਾਨ ਸੋਚ ਕੇ ਇਹ ਫੈਸਲੇ ਕੀਤੇ। ਕੁਛ ਬੱਚੇ ਉਹਨਾਂ 'ਚੋਂ ਜਿਹੜੇ ਠੀਕ ਠਾਕ ਪਰਿਵਾਰਾਂ 'ਚੋਂ ਸੱਚੀ ਮੁੱਚੀ ਪੜ੍ਹਨ ਗਏ ਆ, ਉਹ ਪੜ੍ਹ ਕੇ ਕੁਝ ਸੋਚ ਸਕਦੇ ਆ, ਵਾਪਸ ਵੀ ਕਿੱਥੇ 1% ਵੀ ਸ਼ਾਇਦ ਨਾ ਆਉਣ। ਬਹੁਤੇ ਬੱਚੇ ਜਿਹੜੇ ਲੋਅਰ ਮਿਡਲ ਕਲਾਸ ਦੇ ਸੀ, ਉਹਨਾਂ ਨੂੰ ਲੱਗਾ ਕਿ ਪੜ੍ਹਾਈ ਦੇ ਬਹਾਨੇ ਭੱਜ ਲਓ, ਉੱਥੇ ਨਾਲੇ ਕੰਮ ਕਰਾਂਗੇ, ਹੋ ਸਕਦਾ ਨਾਲ ਡਿਗਰੀਆਂ ਵੀ ਕਰ ਲਾਂਗੇ, ਅਤੇ ਇੱਕ ਸਾਫ ਸੁਥਰੇ
ਇੰਤਜ਼ਾਮ ਦੇ ਵਿੱਚ, ਨਿਜ਼ਾਮ ਦੇ ਵਿੱਚ ਇੱਕ ਸਿਸਟਮ, ਗੁੱਡ ਗਵਰਨੈਂਸ ਜਿੱਥੇ ਕਹਿੰਦੇ ਆ, ਉੱਥੇ ਅਸੀਂ ਜਾ ਕੇ ਖੁੱਲ੍ਹਾ ਡੁੱਲਾ ਸਾਫ ਸੁਥਰਾ ਮਾਹੌਲ ਉੱਥੇ ਰਹਾਂਗੇ। ਇਸ ਕਰਕੇ ਜਦੋਂ ਸਾਡੇ ਜਿਹੜੇ ਤਰੱਕੀ ਜ਼ਾਫਤਾ ਲੋਕ ਸੀਗੇ, ਸਾਡੇ ਲੋਕ ਜਿਹੜੇ ਇੱਜ਼ਤ ਮਾਣ ਨਾਲ ਬਿਨਾਂ ਕੋਈ ਸਮਝੌਤਾ ਕੀਤਿਆਂ ਜੀਵਨ ਜੀਣ ਦੀ ਇੱਕ ਇਤਿਹਾਸ ਵੀ ਹੈ, ਔਰ ਉਹਨਾਂ ਦੀ ਉਹ ਮਾਨਸਿਕਤਾ ਕਿ ਅਸੀਂ ਕਮਾ ਕੇ ਖਾਣਾ, ਕਿਸੇ ਤੇ ਡਿਪੈਂਡੈਂਟ ਨਹੀਂ ਰਹਿਣਾ, ਭੀਖ ਮੰਗਣ ਦਾ ਤੇ ਸਵਾਲ ਹੀ ਨਹੀਂ ਹੈ ਜੋ ਆਪਾਂ ਬਾਕੀ ਸੂਬਿਆਂ ਦੇ ਵਿੱਚ ਦੇਖਦੇ ਹਾਂ। ਜੇ ਉਹ ਦੇਣਾ ਸੀ ਤਾਂ ਫਿਰ ਇੱਕੋ ਰਾਹ ਬਚਿਆ ਸੀ ਕਿ ਉਹ ਅਸੀਂ ਵਿਦੇਸ਼ਾਂ 'ਚ ਜਾਣਾ, ਜਾਂ ਦੂਜੇ ਸੂਬਿਆਂ 'ਚ ਵੀ ਗਏ ਆ, ਸਾਡੇ ਤਰਾਈ ਦੇ ਏਰੀਏ 'ਚ ਗਏ ਆ, ਮੱਧ ਪ੍ਰਦੇਸ਼ 'ਚ ਗਏ ਆ, ਥੋੜ੍ਹੇ ਗਏ ਆ, ਫਿਰ ਯੂਪੀ 'ਚ ਤਾਂ ਬਹੁਤ ਵੱਡੀ ਗਿਣਤੀ ਆ, ਉੱਤਰਾਖੰਡ 'ਚ ਵੱਡੀ ਗਿਣਤੀ, ਰਾਜਸਥਾਨ ਦਾ ਗੰਗਾ ਨਗਰ ਪੰਜਾਬੀਆਂ ਨਾ, ਜਿੱਥੇ ਜਿੱਥੇ ਵੀ ਇਹਨਾਂ ਨੂੰ ਜ਼ਮੀਨ ਦਾ ਲੱਗਾ ਉੱਥੇ ਉੱਥੇ ਗਏ ਵੀ ਹੈਗੇ। ਪਰ ਜਿੱਥੋਂ ਜਦੋਂ ਨਹੀਂ ਜਾ ਸਕੇ ਤੇ ਨਹੀਂ ਜਾ ਸਕੇ। ਹੁਣ ਆਹ ਫਰੰਟ ਜਿਹੜਾ ਆ ਖੁੱਲ੍ਹਿਆ ਹੋਇਆ, ਇਹ ਸਾਡੇ ਅਕਾਲੀ ਹੋਣ ਉਹਨਾਂ ਨੇ ਸ਼ੁਰੂ ਕੀਤਾ ਫ੍ਰੀ ਬੀਜ ਦਾ, ਹਾਂ ਜਿਹੜਾ ਇਹ ਹੁਣ ਸਾਡੇ ਕਾਂਗਰਸੀ ਹੋਣ ਉਹਨਾਂ ਨੇ ਕੋਈ ਇਹਦੇ 'ਚ ਫਰਕ ਨਹੀਂ ਪਾਇਆ, ਉਹਨਾਂ ਵੀ ਉਸੇ ਰਾਹ 'ਤੇ ਚੱਲੇ। ਅਤੇ ਆਮ ਆਦਮੀ ਪਾਰਟੀ ਵੀ, ਆਪਾਂ ਇਹਦੇ 'ਤੇ ਹੋਰ ਡਿਟੇਲ ਵੀ ਕਰਦੇ ਹਾਂ ਅਤੇ ਇਹ ਕਰਨੀ ਚਾਹੀਦੀ ਆ, ਪਰ ਇਹਨਾਂ ਨੇ ਵੀ ਉਸੇ ਹੀ ਕੰਟੀਨਿਊਟੀ 'ਚ ਚੱਲ ਰਿਹਾ। ਮੈਨੂੰ ਕੋਈ ਮੋੜਾ ਅਜੇ ਪਿਆ ਲੱਗਦਾ। ਪ੍ਰੋਫੈਸਰ ਸਾਹਿਬ, ਇਹ ਤਾਂ ਅਸੀਂ ਧਰਾਤਲ ਦੀ ਜਿਹੜੀ ਗੱਲਾਂ ਕਿ ਲੋਕਾਂ ਨੂੰ ਰੁਜ਼ਗਾਰ ਮਿਲਿਆ ਨਹੀਂ ਹੈਗਾ, ਪੈਸੇ ਇੱਥੇ ਜ਼ਿਆਦਾ ਲਾਉਣ ਲਈ ਡਿਗਰੀਆਂ ਕਰਨੀਆਂ ਪੈਣੀਆਂ ਸੀ, ਉਹਨਾਂ ਨੇ ਸੋਚਿਆ ਕਿ ਅਸੀਂ ਬਾਹਰ ਚਲੇ ਜਾਂਦੇ ਹਾਂ। ਇਸ ਤੋਂ ਇਲਾਵਾ ਸਰਕਾਰਾਂ ਨੇ ਵੀ ਜਿਹੜੀ ਬਾਂਹ ਨਹੀਂ ਫੜੀ ਹੈਗੀ ਨੌਜਵਾਨਾਂ ਦੀ, ਝੂਠੇ ਝਾਂਸੇ ਦਿੱਤੇ ਗਏ, ਅਤੇ ਜੇ ਕੋਈ ਨੌਜਵਾਨ ਰਾਜਨੀਤੀ 'ਚ ਆਉਣਾ ਚਾਹੁੰਦਾ ਸੀ ਤਾਂ ਉੱਥੇ ਵੀ ਉਹੀ ਹੋਇਆ ਕਿ ਜਿਹੜੀ ਪੀੜ੍ਹੀ ਦਰ ਪੀੜ੍ਹੀ ਰਾਜਨੀਤੀ ਚੱਲਦੀ ਆ ਰਹੀ ਸੀ। ਇਸ ਤੋਂ ਇਲਾਵਾ ਨਵੀਂ ਪਾਰਟੀ ਆਈ ਆ ਜਿਹੜੀ ਕਹਿੰਦੀ ਸੀ 70 ਸਾਲਾਂ ਜਿਨ੍ਹਾਂ ਨੇ ਨਹੀਂ ਕੁਛ ਕੀਤਾ ਅਸੀਂ ਕੁਛ ਨਵਾਂ ਕਰ ਦਿਖਾਵਾਂਗੇ। ਨਵਾਂ ਇਹਨਾਂ ਨੇ ਕੀ ਕਰਨਾ ਸੀ, ਨੌਜਵਾਨਾਂ ਨੂੰ ਕੀ ਮੌਕੇ ਦੇਣੇ ਸੀ। ਇਹਨਾਂ ਤਾਂ ਖੁਦ ਅੰਗਰੇਜ਼ੀ ਸਿੱਖਣ ਵਾਸਤੇ ਬਣਾ ਦਿੱਤੇ, ਆਈਲੈਟ ਸੈਂਟਰ ਖੋਲ੍ਹਣ ਲੱਗ ਗਏ। ਇਹ ਤਾਂ ਖੁਦ ਸ਼ਾਇਦ ਸੋਚ ਰਹੇ ਕਿ ਤੁਸੀਂ ਬਾਹਰ ਜਾਓ, ਅਸੀਂ ਇੱਥੇ ਸੰਭਾਲ ਲਵਾਂਗੇ। ਅਤੇ ਪ੍ਰੋਫੈਸਰ ਸਾਹਿਬ, ਜਿਹੜੇ ਪੋਲੀਟੀਕਲੀ ਹਾਲਾਤ ਨੇ ਇਹਦੇ ਪਿੱਛੇ ਉਹ ਕੀ ਨੇ? ਦੇਖੋ, ਪੋਲੀਟੀਕਲੀ ਤੇ ਦੋ ਕਿਸਮ ਦੀ ਪੋਲੀਟਿਕਸ ਆ। ਇੱਕ ਹੁੰਦੀ ਆ ਆਮ ਲੋਕਾਂ ਦੀ ਪੋਲੀਟਿਕਸ, ਜਿਵੇਂ ਕਿਸਾਨਾਂ ਦੀ ਹੈ ਜਿਹੜੀ ਰੈਜ਼ਿਸਟੈਂਸ ਮੂਵਮੈਂਟ ਹੈ। ਦੂਸਰੀ ਪੋਲੀਟਿਕਸ ਹੁੰਦੀ ਆ ਸੱਤਾ ਤੇ ਕਬਜ਼ਾ ਕਰਨਾ, ਤੇ ਨਾ ਤੇ ਲੋਕਾਂ ਦਾ ਲੈਣਾ ਵੀ ਤੁਹਾਡੀ ਸੇਵਾ ਲਈ ਆਏ ਆ ਤੇ ਮੇਵੇ ਆਪ ਇਕੱਠੇ ਕਰਕੇ ਤੇ ਘਰ ਨੂੰ ਲਈ ਜਾਣੇ, ਭਾਵੇਂ ਉਹ ਆਮ ਆਦਮੀ ਪਾਰਟੀ ਆ, ਭਾਵੇਂ ਕਾਂਗਰਸ ਸੀ, ਭਾਵੇਂ ਅਕਾਲੀ ਦਲ ਸੀ। ਇਸੇ ਕਰਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ ਉਹ ਲੋਕਾਂ ਦੇ ਮਨਾਂ ਤੋਂ ਬਹੁਤੀਆਂ ਲੱਥੀਆਂ ਹੋਈਆਂ। ਹੁਣ ਜਿੰਨੇ ਸੁਪਨੇ ਵੱਡੇ ਵੱਡੇ ਸਜਾਏ ਆਮ ਆਦਮੀ ਪਾਰਟੀ ਨੇ, ਮੈਨੂੰ ਲੱਗਦਾ ਕਿ ਉਹ ਤੇ ਕੋਈ ਵੀ ਅਨਮੈਚਿੰਗ ਹੈਗੇ ਆ। ਗਰੰਟੀਆਂ ਹੀ ਦੇ ਦਿੱਤੀਆਂ ਵੀ ਪੱਕੀ ਗਰੰਟੀ ਤੁਸੀਂ ਸਾਡੇ ਕੋਲ ਆ ਜਾਓ, ਜੇ ਨਹੀਂ ਮਿਲੂਗਾ ਤੇ ਜੀ। ਹੁਣ ਉਹ ਗਰੰਟੀਆਂ ਦੀ ਗੱਲ ਹੀ ਕੋਈ ਨਹੀਂ ਕਰਦੀ। ਅੱਜ ਤੁਸੀਂ ਦੇਖਿਆ ਇੱਧਰ ਉੱਧਰ ਜਾਂ 2-4 ਦਿਨਾਂ ਦੀਆਂ ਜਿਹੜੀਆਂ ਵੀ ਭਗਵੰਤ ਮਾਨ ਹੋਣਾ ਦੀਆਂ ਸਟੇਟਮੈਂਟਾਂ ਆ ਰਹੀਆਂ, ਉਹ ਪੈਸੇ ਬਹੁਤ ਆ। ਹਰਪਾਲ ਚੀਮਾ ਰੋਈ ਜਾਂਦਾ ਉਹ ਪੈਸੇ ਸਾਡੇ ਕੋਲ ਹੈ ਨਹੀਂ, ਉਹ ਭੁੱਖੇ ਮਰਦੇ ਆ, ਉਹ ਪੈਸੇ ਹੀ ਕੋਈ ਪਰਵਾਹ ਨਹੀਂ ਆ। ਸੈਂਟਰ ਦੇ ਕੋਈ ਨਹੀਂ। ਮੈਨੂੰ ਤਾਂ ਲੱਗਦਾ ਜਿਸ ਤਰ੍ਹਾਂ ਕਿਤੇ ਅਮਿਤ ਸ਼ਾਹ ਫੋਨ ਕਰਦਾ ਹੋਵੇ ਇਹਨਾਂ ਨੂੰ ਕਿ ਬਹੁਤੇ ਨਾ ਪੈਸੇ ਮੰਗਿਓ, ਤੇ ਇਹ ਕਹਿੰਦੇ ਨਾ ਸਰ ਅਸੀਂ ਤਾਂ ਤੁਹਾਡੇ ਕੋਲ ਮੰਗਣੇ ਹੀ ਨਹੀਂ, ਤੁਸੀਂ ਬਹੁਤੇ ਗੱਲ ਕਰਦੇ ਆ। ਅਸੀਂ ਕਵਾਂਗੇ ਕਿ ਸਾਡੇ ਕੋਲ ਪੰਜਾਬ ਕੋਲ ਪੈਸੇ ਬਹੁਤ ਹੈ, ਸਾਨੂੰ ਕੋਈ ਤੁਹਾਡੀ ਪਰਵਾਹ ਦੀ ਲੋੜ ਨਹੀਂ, ਅਸੀਂ ਇਹੋ ਕਹਿ ਦੇਣੇ ਕਿ ਅਸੀਂ ਕੋਈ ਭੀਖ ਮੰਗੇ ਨਹੀਂ। ਬਿਲਕੁਲ ਜੋ ਮੈਂ ਗੱਲ ਕਹਿ ਰਿਹਾ ਇਹੀ ਗੱਲ ਕਹੀ ਜਾਂਦਾ। ਦੇਖੋ, ਭੀਖ ਮੰਗਣਾ ਸਰਕਾਰ ਤੋਂ, ਕੇਂਦਰੀ ਸਰਕਾਰ ਤੋਂ, ਇਹ ਭੀਖ ਮੰਗਣ ਦੀ ਨਹੀਂ, ਤੁਹਾਡਾ ਹੱਕ ਆ। ਤੁਸੀਂ ਪੈਸੇ ਸੂਬੇ ਚੋਂ ਕੇਂਦਰ ਲੈ ਕੇ ਜਾਂਦਾ, ਤੁਹਾਨੂੰ ਪਤਾ ਵੱਡਾ ਅਮਾਊਂਟ ਜਿਹੜਾ ਕਿ ਸੂਬਿਆਂ ਚੋਂ ਲੈ ਕੇ ਜਾਂਦੇ ਆ, ਉਹ ਇਨਡਾਇਰੈਕਟ ਟੈਕਸ ਜਾਂ ਡਾਇਰੈਕਟ ਟੈਕਸ, ਉਹਦਾ ਹੀ ਇੱਕ ਹਿੱਸਾ ਤੁਸੀਂ ਇੱਥੇ ਵਾਪਸ ਲਿਆਉਣਾ ਹੁੰਦਾ ਹੈ ਸੂਬਿਆਂ ਦੇ ਵਿੱਚ। ਅਤੇ ਜਿਹੜਾ ਉਹਨਾਂ ਨੇ ਪੈਸਾ ਡਿਜ਼ਾਸਟਰ ਮੈਨੇਜਮੈਂਟ ਲਈ 1,20,000 ਕਰੋੜ ਰੱਖਿਆ ਹੋਇਆ, ਉਹ ਕਾਹਦੇ ਲਈ ਰੱਖਿਆ ਹੋਇਆ? ਇਹੋ ਜਿਹੇ ਮੌਕੇ ਦੇ ਉੱਤੇ ਮੰਗਣ ਲਈ ਰੱਖਿਆ, ਲੋਕਾਂ ਨੂੰ ਦੇਣ ਲਈ ਰੱਖਿਆ। ਫਿਰ ਤੁਸੀਂ ਕਿਵੇਂ ਕਹਿੰਦੇ ਆ ਕਿ ਅਸੀਂ ਕਿਸੇ ਤੋਂ ਭੀਖ ਨਹੀਂ ਮੰਗਦੇ? ਐਵੇਂ ਇੱਕ ਫਿਊਡਲ ਜੀ ਸੋਚ, ਜਗੀਰੂ ਸੋਚ ਸਾਡੇ ਚੀਫ ਮਿਨਿਸਟਰ ਦੀ ਹੈਗੀ ਆ। ਮੰਗਣ ਲੱਗਿਆਂ ਮੰਗਦੇ ਵੀ ਨਹੀਂ, ਇਸ ਗੱਲ ਤੋਂ ਸੰਗਦੇ ਆ ਕਿ ਪਤਾ ਨਹੀਂ ਅਸੀਂ ਲੋਕ ਸਾਨੂੰ ਇਹ ਨਾ ਕਹਿ ਦੇਣ ਕਿ ਤੁਸੀਂ ਮੂੰਹ ਅੱਡਿਆ ਹੋਇਆ। ਇਹੋ ਜਿਹੀ ਜਿਹੜੀ ਫੋਕੀ ਹਉਮੈ ਹੈ, ਜਿਹੜੀ ਫਾਲਸ ਹਉਮੈ ਆ, ਉਸ ਨੂੰ ਇਹਨਾਂ ਨੂੰ ਕੱਢ ਕੇ ਖੁੱਲ੍ਹ ਕੇ ਜਿਸ ਤਰੀਕੇ ਨਾਲ ਇੱਕ ਚੁਣੀ ਹੋਈ ਸਰਕਾਰ ਦਾ ਨੁਮਾਇੰਦਾ ਹੈੱਡ ਆ ਕੰਮ ਕਰਦਾ, ਉਂਝ ਕਰਨਾ ਚਾਹੀਦਾ। ਇਸੇ ਕਾਰਨ ਹੈ ਕਿ ਜੇ ਤੁਸੀਂ ਮੰਗੋਗੇ 1,500 ਕਰੋੜ ਤੇ ਤੁਹਾਨੂੰ ਉਹਨਾਂ ਨੇ 218 ਕਰੋੜ ਦੇ ਦਿੱਤਾ, 200 ਕਰੋੜ ਹੋਰ ਦੇ ਕੇ ਉੱਤੇ ਛੱਟਰ ਸੁੱਟ ਦੇਣਗੇ, ਫਿਰ ਤੁਸੀਂ ਇੱਥੇ ਡੰਡੇ ਵਜਾਈ ਜਾਓ, ਲੋਕਾਂ ਨੇ ਡਾਂਗਾਂ ਚੱਕ ਕੇ ਤੁਹਾਡੇ ਦੁਆਲੇ ਹੋ ਜਾਣਾ। ਇਸ ਲਈ ਜਿਹੜੀ ਸੱਤਾ ਦਾ ਮਾਮਲਾ ਆ ਨਾ, ਉਹ ਜਦੋਂ ਮੈਂ ਵਿੱਚ ਮੜ ਜਾ ਇਸ਼ਾਰੇ ਮੂਜਮ ਕਿਹਾ ਵੀ ਸੀ ਕਿ ਇਹਨਾਂ ਨੇ ਵੀ ਗਰੰਟੀਆਂ ਦਿੱਤੀਆਂ ਸੀਗੀਆਂ। ਕਿਹੜੀ ਗਰੰਟੀ ਦਿੱਤੀ ਸੀ? ਕਿ ਇੱਕ ਤਾਂ ਇਹ ਕਿ ਅਸੀਂ ਸਕੂਲ ਜਿਹੜੀ ਐਜੂਕੇਸ਼ਨ ਆ ਉਹ ਬਹੁਤ ਵਧੀਆ ਕਰ ਦੇਂਗੇ। ਹੁਣ ਉਹਦੇ ਹਿੱਸੇ ਦੇ ਤੌਰ 'ਤੇ ਕੀ ਹੁੰਦਾ, ਕੋਈ ਡੈਪੂਟੇਸ਼ਨ ਟੀਚਰਾਂ ਦਾ ਉੱਠਦਾ, ਕਦੇ ਸਿੰਗਾਪੁਰ ਜਾਂਦਾ, ਕਦੇ ਕਿਤੇ ਜਾਂਦਾ, ਕਹਿੰਦੇ ਯੂਰਪ ਵੀ ਹੂਟੇ ਦਵਾਉਣੇ ਆ।
ਮੈਨੂੰ ਨਹੀਂ ਸਮਝ ਆਉਂਦੀ ਕਿ ਜਦ ਇੱਥੇ ਉਹ ਸਿੰਗਾਪੁਰ ਤੋਂ 8-10 ਦਿਨ ਦੇ ਵਿੱਚ ਜਾਂ ਹਫ਼ਤੇ ਖੰਡ ਦੇ ਵਿੱਚ ਕਿਹੜੀ ਏਡੀ ਖਾਸ ਟ੍ਰੇਨਿੰਗ ਹੈ ਜਿਹੜੀ ਸਾਡੇ ਤੇ ਕੇਰਲਾ ਭੇਜ ਦੇਣ। ਬਿਲਕੁਲ ਜੀ, ਕੇਰਲਾ ਨੰਬਰ 1 ਤੇ ਐਜੂਕੇਸ਼ਨ 'ਚੋਂ ਕਿਵੇਂ ਕਰਦੇ ਆ, ਪੰਚਾਇਤਾਂ ਨੂੰ ਕਿਵੇਂ ਵਧੀਆ ਢੰਗ ਨਾਲ ਹੈਂਡਲ ਕਰਦੇ ਆ, ਕੇਰਲਾ ਭੇਜ ਦਿਓ ਟ੍ਰੇਨਿੰਗ ਲੈਣ। ਸਿੰਗਾਪੁਰ ਕਾਹਦੇ ਲਈ ਹੂਟੇ ਦਵਾਉਂਦੇ ਫਿਰਦੇ ਐਵੇਂ ਲੋਕਾਂ ਨੂੰ ਖੁਸ਼ ਕਰਨ ਲਈ ਜੀ। ਇਸ ਲਈ ਸਿੰਗਾਪੁਰ ਦੇ ਵਿੱਚ ਕਿਹੜੀ ਇਹੋ ਜਿਹੀ ਚੀਜ਼ ਹੈ ਜਿਹੜੀ ਇੰਡੀਆ ਦੇ ਵਿੱਚ ਸਾਨੂੰ ਸਮਝ ਨਹੀਂ ਪੈ ਰਹੀ ਕਿ ਸਾਨੂੰ ਕਰਨਾ ਕੀ ਚਾਹੀਦਾ ਤੇ ਪੈਸਾ ਡੁੱਬੀ ਤੇ ਤਾਂ ਜੇ ਸਾਹ ਨਾ ਆਇਆ। ਤੇ ਜਦੋਂ ਤੁਹਾਨੂੰ ਪੈਸਾ ਦੇਣਾ ਨਹੀਂ, ਤੁਸੀਂ ਹੂਟੇ ਦਵਾਉਂਦੇ ਫਿਰਦੇ ਹੋ, ਉਹਦੇ ਨਾਲ ਹੱਲ ਕੋਈ ਨਿਕਲਣਾ ਨਹੀਂ। ਜ਼ਰੂਰ ਦਵਾ ਦਿਓ ਸਾਨੂੰ, ਉਹਦਾ ਕੋਈ ਦਿੱਕਤ ਨਹੀਂ, ਨਾ ਕੋਈ ਉਹਦੇ ਤੇ ਬਹੁਤਾ ਖਰਚਾ ਆਉਂਦਾ, ਪਰ ਤੁਸੀਂ ਜਦ ਤੱਕ ਐਜੂਕੇਸ਼ਨ ਦਾ ਬਜਟ 6% GDP ਦਾ ਪੰਜਾਬ ਦੀ ਜਿਹੜੀ ਹੈ ਸਟੇਟ ਡੋਮੈਸਟਿਕ ਪ੍ਰੋਡਕਸ਼ਨ ਆ ਉਹਦਾ ਨਹੀਂ ਕਰੋਗੇ, ਜਾਣੀ ਹੁਣ ਤੋਂ ਦੁੱਗਣਾ ਬਜਟ ਸਿੱਖਿਆ ਲਈ ਤੇ ਹੁਣ ਤੋਂ ਦੁੱਗਣਾ ਬਜਟ ਜਿਹੜਾ ਆ ਸਿਹਤ ਸੇਵਾਵਾਂ ਲਈ ਨਹੀਂ ਰੱਖੋਗੇ, ਕੁਛ ਨਹੀਂ ਹੋ ਸਕਦਾ। ਡਾਕਟਰ ਨਹੀਂ ਭਰਤੀ ਹੋਣਗੇ, ਤੁਹਾਡੇ ਕੋਲੋਂ ਨਵੀਆਂ ਮਸ਼ੀਨਾਂ ਨਹੀਂ ਖਰੀਦੀਆਂ ਜਾਣਗੀਆਂ, ਚੰਗੀਆਂ ਬਿਲਡਿੰਗਾਂ ਨਹੀਂ ਹੋਣਗੀਆਂ, ਮੇਨਟੇਨੈਂਸ ਦੀ ਲੋੜ ਆ ਉਹ ਹੀ ਨਹੀਂ ਹੋਊਗੀ। ਹਾਲਤ ਇਹ ਬਣਾਈ ਹੋਈ ਹੈ, ਬੀਬੀ ਇਹਨਾਂ ਦੀ ਮੋਗੇ ਵਾਲੀ ਕੋਈ ਜਿਹੜੀ ਸੀ ਉਹ ਫਰਿੱਜ ਤੇ AC ਲਾ ਕੇ ਹਸਪਤਾਲੋਂ ਲੈ ਗਈ ਤੇ ਡਰਾਈਵਰ ਵੀ ਹਸਪਤਾਲ ਦੀ ਤਨਖਾਹ ਦਾ ਆਪਣਾ ਰੱਖ ਲਿਆ। ਇਹ ਤੇ ਪਿੱਛੇ ਚਰਚਾ ਹੋ ਕੇ ਹਟੀ ਹੈ, ਉਹਦੇ ਬਾਰੇ ਕੀ ਇਨਕੁਆਇਰੀ ਕਰਾ ਕੇ ਕੁਛ ਦੱਸਿਆ ਇਹਨਾਂ ਨੇ? ਜਾਣੀ ਇਹ ਸਭ ਤੋਂ ਕੱਟੜ ਇਮਾਨਦਾਰ ਸਰਕਾਰ ਇਸ ਕਿਸਮ ਦੀ ਹਾਲਾਤ ਹੈਗੀ ਆ। ਇਹ ਵੀ ਮੈਂ ਕਹਿਣਾ ਚਾਹੁੰਦਾ ਕਿ ਦੂਜਿਆਂ ਨਾਲੋਂ ਕੋਈ ਅਲੱਗ ਨਹੀਂ। ਜਦੋਂ ਆਇਆ ਹੈਲਥ ਨੂੰ ਇੰਪਰੂਵ ਕਰੋ, ਕਹਿੰਦੇ ਜੀ ਅਸੀਂ ਆਮ ਆਦਮੀ ਕਲੀਨਿਕ ਬਣਾਤੀ ਆ। ਵੀ ਜਿਹੜੇ ਆਮ ਆਦਮੀ ਕਲੀਨਿਕ ਦਾ ਮਤਲਬ ਕਿ ਹਰ ਕਿਸੇ ਨੂੰ ਬਰਾਬਰ ਦੇ ਮੌਕੇ ਤੇ ਸਿਹਤ ਦੇ ਲਈ ਮਿਲਣੇ ਚਾਹੀਦੇ ਆ ਨਾ। ਤੁਸੀਂ ਜਿਹੜੇ ਪਹਿਲਾਂ ਹੀ ਇਨਫਰਾਸਟ੍ਰਕਚਰ ਆ ਉਹਦੇ ਵਿੱਚ ਨਵੇਂ ਬੰਦੇ ਕੁਝ ਵਾੜ ਕੇ ਜਾਂ ਆਪਣੇ ਠੇਕੇ ਤੇ ਦੇ ਕੇ ਸਿਸਟਮ ਨੂੰ ਕਿਵੇਂ ਇੰਪਰੂਵ ਕਰ ਲਓਗੇ? ਭਾਈ ਜਿਹੜੀਆਂ ਪੱਕੀਆਂ ਤਨਖਾਹਾਂ ਤੇ ਡਾਕਟਰ ਆ, ਹੋਰ ਪੈਰਾਫਰਨੇਲੀਆ, ਫਾਰਮਾਸਿਸਟ ਹੈਗੇ ਆ, ਟੈਕਨੀਸ਼ੀਅਨ ਹੈਗੇ ਆ, ਲੈਬ ਟੈਕਨੀਸ਼ੀਅਨ, ਉਹਨਾਂ ਨੂੰ ਤੁਸੀਂ ਪੱਕੇ ਤੌਰ ਤੇ ਰੱਖੋਗੇ, ਤੁਹਾਡਾ ਕੁੰਡਾ ਵੀ ਹੋਊਗਾ, ਉਹਨਾਂ ਨੂੰ ਡਰ ਵੀ ਹੋਊਗਾ। ਤੁਸੀਂ ਪੇਸ਼ੈਂਟਸ ਨੂੰ ਠੇਕੇਦਾਰੀ ਸਿਸਟਮ ਦੇ ਉੱਤੇ ਡਾਕਟਰਾਂ ਨੂੰ ਦੇਤਾ ਕਿ 50 ਰੁਪਏ ਇਹਨੂੰ, 25 ਰੁਪਏ ਉਹਨੂੰ, 20 ਰੁਪਏ ਉਹਨੂੰ, ਇਸ ਕਿਸਮ ਦਾ ਇਹ ਤੁਹਾਡਾ ਹੈਲਥ ਦਾ ਨਵਾਂ ਮਾਡਲ ਆ ਰਿਹਾ, ਕੇਜਰੀਵਾਲ ਮਾਡਲ ਜੀ। ਜਦੋਂ ਆਇਆ ਐਜੂਕੇਸ਼ਨ ਦਾ ਸਕੂਲ ਆਫ ਐਕਸੈਲੈਂਸ, ਉਹ 117 ਕੇ ਕਿੰਨੇ ਬਣਾ ਦੇਣੇ ਆ, ਬਾਕੀ ਦਿਆਂ ਨੂੰ ਕੀ ਕਰਨਾ? ਪਖੜਾ ਦੇਣਾ ਜੀ। ਉਹ ਬੱਚੇ ਨਹੀਂ ਕਿਸੇ ਦੇ, ਉਹ ਮਾਂ-ਬਾਪ ਦੇ ਬੱਚੇ ਨਹੀਂ। ਇਹ ਉਸੇ ਟੀਚਰ ਨੇ ਤਰਨਤਾਰਨ ਵੱਲੋਂ ਜਿਹੜਾ ਕਹਿੰਦਾ ਸੀ 7-7 ਕਲਾਸਾਂ ਡਾਕਟਰ ਸਾਹਿਬ ਸਾਨੂੰ ਪ੍ਰੋਫੈਸਰ ਪੜ੍ਹਾਉਣੀਆਂ ਪੈਂਦੀਆਂ, ਉਹ ਕਹਿੰਦਾ ਕਿ ਜਿਹੜੇ ਆਮ ਘਰਾਂ ਦੇ ਆਮ ਬੱਚੇ ਆ ਸਕੂਲ ਦੇ ਵਿੱਚ 10 ਆਈਟਮਾਂ ਖਰੀਦਣੀਆਂ ਆ, ਉਹਦੇ 'ਚ ਪੈਂਟ ਖਰੀਦਣੀਆਂ, ਸ਼ਰਟ ਖਰੀਦਣੀਆਂ, ਬੂਟ ਖਰੀਦਣੀਆਂ, ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ, 10 ਆਈਟਮਾਂ ਵਰਦੀ ਦੇ ਵਿੱਚ, ਉਹ ਦਿੰਦੇ ਆਮ ਬੱਚੇ ਨੂੰ 600 ਰੁਪਈਆ। ਸਕੂਲ ਆਫ ਐਕਸੈਲੈਂਸ ਵੱਲੋਂ ਜਿਹੜਾ ਬੱਚਾ ਉਹਨੂੰ 4000 ਰੁਪਈਆ। ਕਿਉਂ ਬਈ? ਤੁਸੀਂ ਇੱਕ ਨਵੀਂ ਹੋਰ ਇੱਥੇ ਪ੍ਰੀਸਟਲੀ ਕਲਾਸ ਭਰਤੀ ਕਰ ਰਹੇ ਆ। ਤੁਹਾਨੂੰ ਤੇ ਇਹ ਉਮੀਦ ਕੀਤੀ ਗਈ ਨਾ ਕਿ ਤੁਸੀਂ ਸਾਰੇ ਸਿਸਟਮ ਨੂੰ ਸੁਧਾਰੋ, ਔਰ ਜਿਹੜਾ ਬਿਲਕੁਲ ਥੱਲੇ ਦੱਬਿਆ ਦਲਿਤ ਆ, ਗਰੀਬ ਕਿਸਾਨ ਆ, ਹੋਰ ਅਰਬਨ ਸ਼ਹਿਰੀ ਜੀਵਨ ਦੇ ਵਿੱਚ ਝੁੱਗੀ ਝੌਂਪੜੀ 'ਚ ਰਹਿ ਰਿਹਾ, ਉਹਨਾਂ ਦੇ ਬੱਚਿਆਂ ਨੂੰ ਰਾਹਤ ਮਿਲੇ ਤੇ ਉਹ ਇੱਕ ਚੰਗੀ ਸਿੱਖਿਆ ਲੈ ਕੇ ਦੇਸ਼ ਦੇ ਅਸਰਈਏ ਬਣਨ, ਉਹ ਬਾਹਰ ਨੂੰ ਨਾ ਦੇਖਣ। ਉਹਨੂੰ ਛੱਡ ਕੇ ਸਿਸਟਮ ਨੂੰ ਇੰਪਰੂਵ ਕਰਨ ਦੀ ਜਗ੍ਹਾ ਤੁਸੀਂ ਕਿਤੇ ਮੜ ਜਾ ਇੱਕ ਸਕੂਲ ਉੱਥੇ ਬਣਾ ਦਿਓ, ਛੱਟਾ ਜਿਹਾ ਦੇ ਕੇ ਦਿਖਾਲਣ ਲਈ ਉਹਦੀਆਂ ਵੱਡੀਆਂ ਵੀਡੀਓ ਬਣਾ ਕੇ ਤੁਸੀਂ ਉਸ ਤਰ੍ਹਾਂ ਹੀ ਚੱਲ ਪਾਓਗੇ। ਉਹਦਾ ਨਿਕਲਣਾ ਕੀ ਹੈ? ਕੁਛ ਨਹੀਂ ਨਿਕਲਣਾ ਸਿਵਾਏ ਤੁਹਾਡੀਆਂ ਇੱਕ ਜਿਹੜੀਆਂ ਫਲੈਕਸਾਂ ਲੱਗ ਲੱਗ ਕੇ ਮਸ਼ਹੂਰੀਆਂ ਕਰਨ ਤੋਂ। ਇਹ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਮਨ ਦੇ ਵਿੱਚ ਸੱਚੀ ਮੁੱਚੀ ਜਿਹੜੀ ਹੁਣ ਵਾਲੀ ਆਮ ਆਦਮੀ ਪਾਰਟੀ ਹੈ ਜਾਂ ਭਗਵੰਤ ਮਾਨ ਦੀ ਸਰਕਾਰ ਆ, ਉਸ ਨੇ ਵੀ ਕੋਈ ਵੱਡਾ ਮੋੜਾ ਪਾਇਆ। ਗੱਲਾਂ ਜ਼ਿਆਦਾ, ਕੰਮ ਘੱਟ ਮੈਨੂੰ ਇਹ ਦੇਖਣ ਨੂੰ ਮਿਲ ਰਿਹਾ। ਪ੍ਰੋਫੈਸਰ ਸਾਹਿਬ, ਜਿਵੇਂ ਦੇਖਿਆ ਸੀ, ਚਲੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਪਿਛਲੀਆਂ ਸਰਕਾਰਾਂ ਨੇ ਤਾਂ ਨੌਜਵਾਨਾਂ ਨੂੰ, ਜਿਵੇਂ ਉਹਨਾਂ ਤੋਂ ਤਾਂ ਨੌਜਵਾਨ ਉਦਾਸ ਸੀ, ਨਵੀਂ ਸਰਕਾਰ ਬਦਲਾਅ ਵਾਲੀ ਸਰਕਾਰ ਸੀ, ਇਹਨੇ ਵੀ ਕੁਝ ਨਵਾਂ ਨਹੀਂ ਕੀਤਾ। ਉਲਟਾ ਇਹ ਜਿਹੜੀਆਂ ਗਰੰਟੀਆਂ ਦੇ ਰਹੇ ਸੀ, ਉਹ ਗਰੰਟੀਆਂ ਦੇ ਵਾਸਤੇ ਲੋਕੀ ਕਲੇਮ ਕਿੱਥੋਂ ਕਰਨ ਗਰੰਟੀ? ਇਹ ਵੀ ਪ੍ਰੋਬਲਮ ਹੈਗੀ ਆ। ਲੋਕੀ ਕਿੱਥੇ ਜਾਣ, ਕਿੱਥੋਂ ਗਰੰਟੀ ਕਲੇਮ ਕਰੋ? ਕੋਈ ਕੰਪਨੀ ਗਰੰਟੀ ਦਿੰਦੀ ਆ ਤਾਂ ਉਹਦੇ ਸਰਵਿਸ ਸੈਂਟਰ ਹੁੰਦੇ ਨੇ। ਇਹਨਾਂ ਦੇ ਕਿਹੜੇ ਸਰਵਿਸ ਸੈਂਟਰ ਨੇ? ਉਹੀ MLAs ਨੇ। ਪੱਤਰਕਾਰ ਇਹਨਾਂ ਤੋਂ ਸਵਾਲ ਪੁੱਛਦੇ ਨੇ ਤਾਂ ਪੱਤਰਕਾਰਾਂ ਨਾਲ ਕੁੱਟਮਾਰ ਕੀਤੀ ਜਾਂਦੀ ਆ। ਕੋਈ ਰਾਸਤੇ 'ਚ ਜਾ ਕੇ ਇਹ ਜਿਹੜੀ ਹੋੜ ਲੱਗੀ ਪਈ ਆ, ਹੜ੍ਹਾਂ ਦੌਰਾਨ ਦੇਖਿਆ ਕਿ ਕਈ ਇਹਨਾਂ ਦੇ MLAs ਤਾਂ ਸਿਰਫ ਫੋਟੋਆਂ ਖਿਚਾਉਣ ਦੇ ਲਈ ਉੱਥੇ ਰਾਜਨੀਤੀ ਕਰ ਰਹੇ ਸੀ। ਜਿਹੜੇ ਰਾਹਤ ਕਾਰਜ ਕਰਨੇ ਸੀ, ਰਾਹਤ ਕਾਰਜ ਕਰਨ ਦੀ ਬਜਾਏ ਇਹ ਆਪਣੀ ਰਾਜਨੀਤੀ ਚਮਕਾ ਰਹੇ ਸੀ। ਆਪਾਂ ਪਹਿਲਾਂ ਵੀ ਗੱਲ ਕਰੀ ਸੀ, ਹੋਰ ਲੋਕ ਵੀ ਗੱਲ ਕਰਦੇ ਨੇ ਕਿ ਪਰ ਇਹਨਾਂ ਆਪਣੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੈਂ ਤਾਂ ਜੀ ਹੈਲੀਕਾਪਟਰ ਯੂਜ਼ ਨਹੀਂ ਕਰਦਾ, ਜਦ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਹੈਲੀਕਾਪਟਰ ਦੀ ਜ਼ਰੂਰਤ ਹੁੰਦੀ ਆ। ਜਲਦੀ ਜਾਇਜ਼ਾ ਲਿਆ ਜਾਂਦਾ ਤੇ ਜਲਦੀ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਨੇ ਕਿ ਇਹੋ ਜਿਹੇ ਹਾਲਾਤਾਂ 'ਚ ਜਦੋਂ
ਲੋਕ ਡੁੱਬ ਰਹੇ ਹੁਣ, ਤੁਸੀਂ ਖੁਦ ਵੀ ਡੁੱਬ ਜਾਵੋ ਤੇ ਫਿਰ ਮੈਨੂੰ ਲੱਗਦਾ ਫਿਰ ਹੋਰ ਕੌਣ ਜਿਹੜਾ ਬਚਾਊਗਾ। ਤੇ ਇਹਨਾਂ ਦੇ ਜਿਹੜੇ ਪਾਰਟੀ ਦੇ ਜਿਹੜੇ ਵਰਕਰ ਸੀ ਉਹ ਕਹਿ ਰਹੇ ਸੀ ਕਿ ਦੇਖੋ ਜੀ ਅਸੀਂ ਤਾਂ ਪੈਸਾ ਬਚਾਇਆ ਪੰਜਾਬ ਦਾ, ਬਸ ਉਹੀ ਗੱਲ ਹੋਈ ਆ ਕਿ ਬਸ਼ਰਮਾ ਦੀ ਡੁੱਲ ਗਈ ਦਾਲ, ਉਹ ਕਹਿੰਦੇ ਅਸੀਂ ਤਾਂ ਭੁੰਜੀ ਖਾਂਦੇ ਆ, ਉੱਦਾਂ ਦੀਆਂ ਗੱਲਾਂ ਹੋ ਰਹੀਆਂ ਸੀ ਪ੍ਰੋਫੈਸਰ ਸਾਹਿਬ। ਤੇ ਦੂਜਾ ਜਿਹੜੇ ਹੁਣ ਇਹ ਸਰਕਾਰ ਤੋਂ ਵੀ ਨੌਜਵਾਨਾਂ ਦਾ ਜਿਹੜਾ ਭਰੋਸਾ ਸੀ ਉਹ ਜਿਵੇਂ ਦੇਖਿਆ ਸਰਕਾਰੀ, ਆਪਾਂ ਦੇਖਿਆ ਅਗਰ ਜੌਬ ਦੀ ਗੱਲ ਕਰੀਏ 5-7 ਸਾਲਾਂ ਤੋਂ ਇੱਕ ਇਹਨਾਂ ਨੇ ਇੱਕ ਨਵੇਂ ਰੂਲ ਬਣਾਏ ਨੇ। ਪਹਿਲੇ 3 ਸਾਲ ਤੱਕ ਤਾਂ ਪ੍ਰੋਬੇਸ਼ਨ ਦੇ ਉੱਤੇ ਰਹਿਣਗੇ, ਪ੍ਰੋਬੇਸ਼ਨ ਦੇ ਦੌਰਾਨ ਮੈਨੂੰ ਲੱਗਦਾ ਬੇਸਿਕ ਸੈਲਰੀ ਕਿਸੇ ਨੂੰ 10,000 ਹੀ ਮਿਲਦੀ ਆ, ਤਾਂ 10,000 ਦੇ ਵਿੱਚ ਬੰਦਿਆਂ ਨੇ ਕਈਆਂ ਨੇ ਕਰਜ਼ੇ ਲੈ ਕੇ ਪੜ੍ਹੇ ਹੁੰਦੇ ਨੇ। ਜਿਹਨੇ ਬੀਐਡ ਕੀਤੀ ਆ, ਮੰਨ ਲਓ ਕਿਸੇ ਨੇ MBBS ਕੀਤੀ ਆ, ਉਹਨੇ 15 ਲੱਖ ਰੁਪਈਆ ਲਾ ਕੇ MBBS ਕੀਤੀ ਆ, ਤੇ ਉਹ 10,000 ਦੇ ਉੱਤੇ ਡਾਕਟਰ ਲੱਗਿਆ ਹੋਊਗਾ, ਤੇ ਉਹਦਾ ਗੁਜ਼ਾਰਾ ਕਿੱਥੋਂ ਚੱਲੂਗਾ, ਨਾ ਉਹ ਕਰਜ਼ਾ ਦੇ ਸਕਦਾ ਹੋਊਗਾ। ਤੇ ਖੁਦ ਭਗਵੰਤ ਮਾਨ ਜਿਹੜੇ ਆਪਣੇ CM ਸਾਹਿਬ ਨੇ ਖੁਦ ਮੰਨਿਆ ਪਿਛਲੇ ਦਿਨੀ ਕਿ ਜਿਹੜੇ ਅਧਿਆਪਕ ਸੀ, ਜਿਹੜੇ ਕੱਚੇ ਅਧਿਆਪਕਾਂ ਨੂੰ ਮੁੜ ਤੋਂ ਪੱਕੇ ਤੌਰ ਤੇ ਕੱਚੇ ਕੀਤਾ, ਉਹਨਾਂ ਦੇ ਇੱਕ ਸਮਾਗਮ ਦੇ ਵਿੱਚ ਕਹਿ ਰਹੇ ਸੀ ਕਿ ਅਧਿਆਪਕਾਂ ਦੀ ਸੈਲਰੀ 6,000 ਸੀ, ਵੀ ਉਹਨਾਂ ਦੀ ਸੈਲਰੀ ਤਾਂ ਜਿਹੜਾ ਰਾਜ ਮਿਸਤਰੀ ਉਹਦੇ ਨਾਲੋਂ ਵੀ ਘੱਟ ਆ। ਇਹ ਖੁਦ ਮੰਨਿਆ ਸੀ ਭਗਵੰਤ ਮਾਨ ਨੇ। ਤੇ ਇਹਨਾਂ ਹਾਲਾਤਾਂ ਦੇ ਵਿੱਚ ਅੱਗੇ ਫਿਊਚਰ ਕੀ ਹੋਊਗਾ? ਕੀ ਨੌਜਵਾਨ ਵਾਪਸ ਮੁੜਨਗੇ ਜਾਂ ਰੁਝਾਨ ਘਟੂਗਾ? ਕੀ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਜਾਂ ਫਿਰ ਖੁਦ ਲੋਕ ਜਿਹੜੇ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ? ਦੇਖੋ, ਇਹ ਤੁਹਾਡਾ ਅਰਥ ਵਿਵਸਥਾ ਨਾਲ ਜੁੜਿਆ ਹੋਇਆ ਸਵਾਲ ਹੈ ਵੀ ਕੀ ਸਾਡੀ ਪੰਜਾਬ ਦੀ ਅਰਥ ਵਿਵਸਥਾ ਇੰਨੀ ਕੁ ਸੁਧਰ ਜਾਊਗੀ ਕਿ ਇੱਥੇ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਤੇ ਉਹਨਾਂ 'ਚੋਂ ਕੁਝ ਹਿੱਸਾ ਘੱਟੋ ਘੱਟ ਵਾਪਸ ਇੱਥੇ ਆ ਜਾਏ? ਜੀ, ਮੈਨੂੰ ਲੱਗਦਾ ਨਹੀਂ। ਕਾਰਨ ਉਹਦਾ ਇਹ ਹੈ ਕਿ ਪੰਜਾਬ ਨੂੰ ਬਹੁਤ ਜ਼ਿਆਦਾ ਰੱਬੋਂ ਮਿਹਰ ਤੇ ਹੈਗੀ ਹੈ। ਇੰਨਾ ਪਾਣੀ, ਇੰਨੀ ਸੋਹਣੀ ਧਰਤੀ, ਇੰਨੀ ਉਪਜਾਊ ਧਰਤੀ, ਪੱਧਰੀ ਧਰਤੀ, ਲੋਕ ਮਿਹਨਤੀ, ਕੋਈ ਕਮੀ ਨਹੀਂ ਸੀਗੀ। ਆਪਾਂ ਇਹਦੇ 'ਚ ਕਮਜ਼ੋਰੀਆਂ ਇੰਨੀਆਂ ਲੈਣ ਦੀਆਂ, ਇਹਦੇ 'ਚ ਇੰਨਾ ਜ਼ਿਆਦਾ ਬਖੇੜੇ ਪਾ ਦਿੱਤੇ ਆ ਕਿ ਉਹਨੂੰ ਹੁਣ ਇਕੱਠਾ ਕਰਨਾ ਔਖਾ ਹੋਇਆ ਆ। ਇੱਥੇ ਦੀ ਸਾਡੀ ਰਵਾਇਤੀ ਇੰਡਸਟਰੀ ਸੀ, ਉਹ ਚਲੇ ਗਈ, ਹੌਲੀ ਹੌਲੀ ਮਾਡਰਨ ਇੰਡਸਟਰੀ ਆ ਗਈ, ਉਹਨਾਂ ਨੇ ਫੇਲ ਕਰਤੀ, ਉਹ ਖਤਮ ਹੋ ਗਈ। ਮਾਡਰਨ ਇੰਡਸਟਰੀ ਕੋਈ ਵੀ ਹੈ ਉਹ ਹੁਣ ਮੈਨੂਫੈਕਚਰਿੰਗ ਇੰਡਸਟਰੀ ਤੇ ਸਟੇਕਸ ਹੈ ਨਹੀਂ ਬਹੁਤੀ ਜੀ, ਉਹ ਤੇ ਬਹੁਤ ਆਟੋਮੈਟਿਕ ਹੋ ਗਈਆਂ, ਰੋਬੋਟਿਕ ਹੋ ਗਿਆ, ਸਾਰਾ ਕੁਝ ਹੋ ਗਿਆ। ਹੈਵੀ ਇੰਡਸਟਰੀ ਇੱਥੇ ਆਊਗੀ ਨਹੀਂ ਕਿਉਂਕਿ ਸਾਡੇ ਕੋਈ ਵੀ ਕਿਸੇ ਕਿਸਮ ਦਾ ਕੋਸਟਲ ਏਰੀਆ ਲੱਗਦਾ ਨਹੀਂ, ਬੰਦਰਗਾਹ ਸਾਡੇ ਹੈ ਨਹੀਂ, ਅਸੀਂ ਲੈਂਡ ਲੌਕਡ ਹੈਗੇ ਆ ਜੀ। ਤਾਂ ਜੇ ਕੋਈ ਆਊਗੀ ਸਰਵਿਸ ਇੰਡਸਟਰੀ, ਉਸ ਦੀ ਵੀ ਅਸੀਂ ਕਿੱਥੇ ਕਿੰਨਾ ਸਰਵਿਸਿਜ਼ ਦੇ ਵਿੱਚ ਇਸਤੇਮਾਲ ਕਰ ਸਕਦੇ ਹਾਂ, ਉਹਦੇ ਬਾਰੇ ਕੋਈ ਕਿਸੇ ਕਿਸਮ ਦੀ ਸਿਲੀਕਨ ਵੈਲੀ ਵਾਂਗੂ ਕੋਈ ਪਲੈਨਿੰਗ ਨਹੀਂ। ਇੱਥੇ ਇੱਕ ਸੈਮੀ ਕੰਡਕਟਰ ਦੀ ਮੋਹਾਲੀ ਦੇ ਵਿੱਚ ਬਹੁਤ ਦੇਰ ਪਹਿਲਾਂ ਫੈਕਟਰੀ ਲੱਗੀ ਸੀ, ਕਿਸੇ ਨੇ ਉਸ ਦਾ ਬਹੁਤਾ ਜਿੰਨਾ ਵਿਸਤਾਰ ਕਰਨਾ ਚਾਹੀਦਾ, ਕਿਸੇ ਨੂੰ ਅਕਲ ਹੀ ਨਹੀਂ ਹੋਣੀ ਕਿ ਆਉਣ ਵਾਲਾ ਸਮਾਂ ਸਾਰਾ ਇਸ ਕਿਸਮ ਦਾ ਹੋਊਗਾ ਕਿ ਆਪਾਂ ਇਹੋ ਜਿਹੀ ਇੰਡਸਟਰੀ ਦੀ ਜਿਹੜੀ ਕਲੀਨ ਇੰਡਸਟਰੀ ਆ, ਪੈਸੇ ਵਾਲੀ ਇੰਡਸਟਰੀ ਆ, ਜਿਸ ਤਰ੍ਹਾਂ ਹੁਣ ਫੌਕਸਕੌਨ ਦੀ ਗੱਲ ਕਰ ਰਹੇ ਹੋ, ਉਹ ਇੱਥੇ ਬੜੀ ਦੇਰ ਦੀ ਇਹ ਆਈਡੀਆ ਸੀ ਕਿ ਸਾਡੇ ਕਿਸੇ ਨੇ ਉਸ ਆਈਡੀਆ ਨੂੰ ਪਾਣੀ ਹੀ ਨਹੀਂ ਦਿੱਤਾ, ਉਹਨੂੰ ਸਾਂਭਿਆ ਹੀ ਨਹੀਂ, ਉਹ ਵੀ ਆਪਾਂ ਦੇਖਦੇ ਕਿ ਕਮਜ਼ੋਰ ਪਈ। ਇਸ ਲਈ ਜਿੱਥੋਂ ਤੱਕ ਤੇ ਅਰਥ ਵਿਵਸਥਾ ਦੀ ਹੈ, ਸਾਡੀ ਖੇਤੀ ਜ਼ਿਆਦਾ ਰਹੀ ਹੈ, ਔਰ ਖੇਤੀ 'ਚ ਤੁਸੀਂ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕਰ ਸਕਦੇ। ਅਸਲੀਅਤ ਇਹ ਹੈ ਕਿ ਸਾਡੇ ਆਪਣੇ ਹੀ ਐਗਰੀਕਲਚਰ ਲੇਬਰਰ ਜਿਹੜੇ ਦਲਿਤ ਸਮੁਦਾਇ ਆ, ਉਹਨਾਂ ਨੂੰ ਸਾਲ ਦੇ ਵਿੱਚ 60 ਤੋਂ 70 ਦਿਨ ਖੇਤਾਂ 'ਚ ਕੰਮ ਮਿਲਦਾ, ਬਾਕੀ ਉਹ ਵਿਹਲੇ ਰਹਿੰਦੇ ਆ। ਪਤਾ ਨਹੀਂ ਕਿਵੇਂ ਗੁਜ਼ਾਰਾ ਕਰਦੇ ਹੋਣਗੇ, ਕਿਵੇਂ ਨਹੀਂ ਕਰਦੇ ਆ। ਜਿਹੜੇ ਕਿਸਾਨਾਂ ਨੇ ਬਾਹਰੋਂ ਜਿਹੜੇ ਮਜ਼ਦੂਰ ਹੁੰਦੇ ਆ, ਉਹ ਉਹਨਾਂ ਨੂੰ ਲਾ ਕੇ ਆਪ ਉਹ ਨਹੀਂ ਕੰਮ ਕਰਦੇ ਕਿਉਂਕਿ ਉਹ ਸਸਤੇ ਇੰਨੇ ਪੈਂਦੇ ਆ। ਫਿਰ ਇਸ ਹਾਲਾਤ 'ਚ ਖੇਤੀ 'ਚ ਤੇ ਰੁਜ਼ਗਾਰ ਹੋਰ ਕਿਸਮ ਦਾ ਆਪਣੇ ਨੌਜਵਾਨਾਂ ਲਈ ਨਹੀਂ। ਇੰਡਸਟਰੀ ਇੱਥੇ ਉਸ ਕਿਸਮ ਦੀ ਜਿਹਦੇ ਵਿੱਚ ਰੁਜ਼ਗਾਰ ਪੈਦਾ ਹੁੰਦੇ ਆ, ਉਹ ਆਉਣ ਲਈ ਤਿਆਰ ਇਸ ਕਰਕੇ ਨਹੀਂ। ਦੋ ਕਾਰਨ, ਇੱਕ ਤੇ ਅਸੀਂ ਉਹੋ ਜਿਹਾ এনवायरमेंट ਨਹੀਂ ਦਿੰਦੇ ਜੀ, ਇਹੋ ਜਿਹਾ ਮਾਹੌਲ ਨਹੀਂ ਦਿੰਦੇ। ਸਾਡੇ ਤੇ ਕੋਈ ਨਾ ਕੋਈ ਆ ਲਾ ਕਦੀ ਕਿਸਾਨ ਆ ਗਏ, ਬੰਦ ਕਰ ਦਿਓ ਰੇਲ, ਬੰਦ ਕਰ ਦਿਓ ਸੜਕ ਬੰਦ। ਸਾਡੇ ਤੇ ਮਿਲੀਟੈਂਟ ਲੋਕ ਆ, ਸਾਡੇ ਲੜਾਕੂ ਲੋਕ ਆ, ਜੁਝਾਰੂ ਲੋਕ ਆ, ਉਹਨਾਂ ਨੂੰ ਨਹੀਂ ਚਾਹੀਦਾ। ਉਹਨਾਂ ਨੂੰ ਤਾਂ ਚਾਹੀਦਾ ਵੀ ਸਿਰ ਸੁੱਟ ਕੇ ਕੰਮ ਲੱਗੇ ਰਹਿਣ। ਉਹ ਇੱਥੇ ਆਉਣੋਂ ਡਰਦੇ ਆ। ਦੂਸਰਾ, ਸਾਡੀ ਜਗਰਾਫੀਕਲ ਲੋਕੇਸ਼ਨ ਇਹੋ ਜਿਹੀ ਹੈ ਜਾਂ ਤੇ ਸਾਡਾ ਵਪਾਰ ਸੈਂਟਰਲ ਏਸ਼ੀਅਨ ਕੰਟਰੀ ਨਾਲ ਖੁੱਲ੍ਹ ਜੇ ਵਾਇਆ ਪਾਕਿਸਤਾਨ, ਈਰਾਨ, ਉੱਧਰ ਜਾ ਕੇ ਸਾਰਾ ਟਰਕੀ ਤੱਕ, ਜਾਂ ਇੱਧਰ ਸੈਂਟਰਲ ਏਸ਼ੀਅਨ ਕੰਟਰੀ ਜਿਹੜੇ ਆ ਤੁਰਕਮਨਿਸਤਾਨ ਜਾਂ ਇੱਧਰ ਦਾਗਿਸਤਾਨ, ਇੱਧਰ ਨੂੰ ਸਾਡਾ ਵਪਾਰ ਜੇ ਖੁੱਲ੍ਹ ਜਾਏ ਤਾਂ ਸਾਡੇ ਇੱਥੇ ਕੁਛ ਨਾ ਕੁਛ ਟ੍ਰੇਡਿੰਗ ਐਕਟੀਵਿਟੀ ਸ਼ੁਰੂ ਹੋ ਸਕਦੀ ਹੈ। ਤੀਜੀ ਗੱਲ ਹੈ ਕਿ ਜਿਹੜੀ ਇੰਡਸਟਰੀ ਆ ਉਹਨੂੰ ਬਹੁਤ ਸਾਰਾ ਪਾਣੀ ਵੀ ਚਾਹੀਦਾ ਹੁੰਦਾ ਜੀ,
ਔਰ ਉਹਨਾਂ ਨੂੰ ਬਹੁਤ ਸਾਰੀ ਜ਼ਮੀਨ ਵੀ ਚਾਹੀਦੀ ਆ। ਜੀ ਸਾਡੀ ਜ਼ਮੀਨ ਜਿਹੜੀ ਆ ਬਹੁਤ ਉਪਜਾਊ ਹੋਣ ਕਰਕੇ ਸਾਡੇ ਕੋਲ ਇਹੋ ਜਿਹੀ ਬੰਜਰ ਟਾਈਪ ਜ਼ਮੀਨ ਨਹੀਂ ਜਿੱਥੇ ਵੱਡੇ ਪੱਧਰ ਤੇ ਇੰਡਸਟਰੀ ਨੂੰ ਸਸਤੇ ਭਾਅ ਕੌਡੀਆਂ ਦੇ ਭਾਅ ਦੇ ਦਿੱਤੀ ਜਾਏ, ਜਿਵੇਂ ਗੁਜਰਾਤ ਦੇ ਵਿੱਚ ਹੈਗੀ ਆ। ਗੁਜਰਾਤ ਦੇ ਨਾਲ ਸੂਰਤ ਪੋਰਟ ਵੀ ਲੱਗਦੀ ਆ, ਕਾਂਡਲਾ ਪੋਰਟ ਲੱਗਦੀ ਹੈ, ਪਰ ਨਾਲੋਂ ਨਾਲ ਹੀ ਉਹਨਾਂ ਕੋਲ ਇਹੋ ਜਿਹੀ ਜ਼ਮੀਨ ਵੀ ਹੈਗੀ ਹੈ ਜਿਹੜੀ ਉਪਜਾਊ ਨਹੀਂ, ਜਿਹੜੀ ਵੱਡੇ ਆ ਜੀ ਤੁਹਾਨੂੰ 5000 ਏਕੜ ਚਾਹੀਦੀ ਆ ਚੱਕੋ ਜੀ, ਤੁਹਾਨੂੰ 100 ਰੁਪਈਆ ਪਰ ਏਕੜ ਦੇ ਦਿੱਤੀ। ਇੱਥੇ ਮੰਗਣੇ ਉਹਨਾਂ ਨੇ 50 ਲੱਖ ਰੁਪਈਆ ਪਰ ਏਕੜ। ਉਹ ਕੌਣ ਜ਼ਮੀਨ ਇੰਨੀ ਖੁੱਲੀ ਜ਼ਮੀਨ, ਉਹ ਤੇ ਸੜਕਾਂ ਕੱਢਣ ਲਈ ਤੇ ਜ਼ਮੀਨ ਨਹੀਂ ਦਿੰਦੇ ਕਿਸਾਨ। ਇਸ ਕਰਕੇ ਸਾਡੇ ਲਈ ਕਿਹੜੀ ਇੰਡਸਟਰੀ ਸੂਟ ਕਰੇ ਉਹ ਦੇਖਣ ਵਾਲੀ ਗੱਲ ਆ। ਉਸ ਕਿਸਮ ਦੀ ਪਲੈਨਿੰਗ ਨਹੀਂ। ਖੇਤੀ ਨੂੰ ਵੀ ਅਸੀਂ ਕੈਪੀਟਲ ਇੰਟੈਂਸਿਵ ਗ੍ਰੀਨ ਹਾਊਸਿੰਗ ਜੇ ਬਹੁਤ ਸੋਹਣਾ ਐਕਸਪੋਰਟ ਕੁਆਲਿਟੀ ਦਾ ਬਣਾ ਸਕਦੇ ਹਾਂ, ਉਹ ਸਾਡੇ ਕੋਲ ਕਲਾ ਵੀ ਹੈ। ਉਸ ਪਾਸੇ ਵੀ ਸਰਕਾਰ ਦੀ ਕੋਈ ਪਲੈਨਿੰਗ ਮੈਨੂੰ ਨਜ਼ਰ ਨਹੀਂ ਆ ਰਹੀ। ਸਮਾਲ ਫਾਰਮਰਸ, ਮਿਡਲ ਫਾਰਮਰਸ ਦੇ ਕੋਆਪਰੇਟਿਵਸ ਬਣਾ ਕੇ, ਅਸੀਂ ਮਾਰਕੀਟਿੰਗ ਕੋਆਪਰੇਟਿਵਸ ਬਣਾ ਕੇ ਦੂਰ ਦੀਆਂ ਅਸੀਂ ਮਾਰਕੀਟਾਂ ਅੱਜ ਦੀ ਦੁਨੀਆ ਦੇ ਦਿਨ ਦੇ ਵਿੱਚ ਟੈਪ ਕਰ ਸਕਦੇ ਹਾਂ। ਉੱਧਰ ਨੂੰ ਕੋਈ ਸੋਚ ਨਹੀਂ ਹੈਗੀ। ਬਹੁਤ ਸਾਰੇ ਐਕਸਪੈਰੀਮੈਂਟ ਹੋਏ, ਅਸੀਂ ਲਗਾਤਾਰ ਫੇਲ ਹੁੰਦੇ ਹਾਂ। ਕਾਰਨ ਇਹ ਹੈ ਕਿ ਸਰਕਾਰਾਂ ਦੀ ਤਵੱਜੋ ਹੀ ਨਹੀਂ ਕਿ ਪੰਜਾਬ ਨੂੰ ਸਾਂਭਿਆ ਜਾਏ। ਇਹਨਾਂ ਹਾਲਾਤਾਂ 'ਚ ਮੈਨੂੰ ਲੱਗਦਾ ਕਿ ਪੰਜਾਬ ਦਾ ਆਉਣ ਵਾਲੇ ਸਮਾਂ ਉਹ ਕਾਫੀ ਟਰਮਾਈਲ ਦੇ ਵਿੱਚ ਰਹੂਗਾ। ਮਤਲਬ ਇੱਥੇ ਕਾਫੀ ਇੱਕ ਕਿਸਮ ਦਾ ਉਥਲ ਪੁਥਲ ਲਗਾਤਾਰ ਰਹੂਗੀ, ਔਰ ਉਹਦੀ ਤੁਹਾਨੂੰ ਸਾਫ਼-ਸਾਫ਼ ਨਜ਼ਰ ਆ ਰਹੀ ਹੈ ਕਿ ਮੈਨੂੰ ਲੱਗਦਾ ਕਿ ਉਹਨੇ ਲੋਕ ਕੰਮ ਤੇ ਨਹੀਂ ਪੰਜਾਬ 'ਚ ਰੋਜ਼ ਹੁੰਦੇ ਜਿੰਨੇ ਸੜਕਾਂ ਤੇ ਹੁੰਦੇ। ਮਜ਼ਾਰਿਆਂ 'ਚ ਹੁੰਦੇ ਆ, ਕਿਤੇ ਲਾਠੀ ਚਾਰਜ ਹੋ ਗਿਆ, ਕਿਤੇ ਮਜ਼ਾਰਾ, ਕਿਤੇ ਪੱਕਾ ਮੋਰਚਾ, ਕੋਈ ਟੈਂਕੀ ਤੇ ਚੜੇ, ਕੋਈ ਕਿਤੇ। ਇਸ ਲਈ ਪੰਜਾਬ ਦੇ ਜਿਹੜੀ ਪੋਲਿਟਿਕਸ ਦੋ ਕਿਸਮ ਦੀ ਆ। ਇੱਕ ਹੈ ਸੱਤਾ ਹਥਿਆ ਕੇ ਉਸ ਦਾ ਇਸ ਦੁਰਵਰਤੋਂ ਕਰਨ ਦੀ, ਦੂਸਰੀ ਹੈ ਕਿ ਲੋਕ ਹਿੱਤਾਂ ਦੀ ਪੋਲਿਟਿਕਸ ਜਿਹੜੀ ਆ, ਸਮਾਜਿਕ ਮੂਵਮੈਂਟ ਦੀ ਪੋਲਿਟਿਕਸ, ਉਹ 'ਚ ਕਿਸਾਨਾਂ ਦੀ ਅਹਿਮ ਭੂਮਿਕਾ ਤੇ ਹੋਰ ਲੋਕਾਂ ਨੂੰ ਜਿਹੜੀ ਨਹੀਂ ਵੀ ਹੈ ਉਹਨਾਂ ਨੂੰ ਵੀ ਕਰਨੀ ਚਾਹੀਦੀ ਆ, ਤਾਂ ਕਿ ਅਲਟੀਮੇਟਲੀ ਕੋਈ ਇਹੋ ਜਿਹਾ ਨਿਜ਼ਾਮ ਆਏ ਜਿਹੜਾ ਸੱਚੀ ਮੁੱਚੀ ਲੋਕ ਹਿੱਤ ਹੋਏ, ਧਰਤੀ ਨਾਲ ਜੁੜਿਆ ਹੋਵੇ, ਔਰ ਇਸ ਦੀ ਜਿਹੜੇ ਉਜੜੇ ਕਿਸਮ ਦੇ ਕੋਈ ਚਮਨ ਹੈਗਾ ਉਸ ਨੂੰ ਦੁਬਾਰਾ ਹਰਾ ਭਰਾ ਕਿਵੇਂ ਕੀਤਾ ਜਾ ਸਕੇ। ਜੇ ਨਹੀਂ ਵੀ ਉਜੜਿਆ ਤਾਂ ਘੱਟੋ ਘੱਟ ਉਜਾੜਨ ਦੇ ਕਿਨਾਰੇ ਜਿਹੜਾ ਪਹੁੰਚਾਇਆ ਹੋਇਆ, ਉਸ ਤੋਂ ਦੁਬਾਰਾ ਉਸ ਨੂੰ ਹੌਲੀ ਹੌਲੀ ਪੈਰਾਂ 'ਤੇ ਕਿਵੇਂ ਖੜਾ ਕੀਤਾ ਜਾਏ। ਇਹ ਨਿਕਲੂਗਾ ਸਾਰੇ ਦਾ ਸਾਰਾ ਸ਼ਾਂਤਮਈ ਸੰਘਰਸ਼ ਜਿਹੜੇ ਆ ਲੋਕ ਲਗਾਤਾਰ ਲੜ ਰਹੇ ਆ। ਉਹਨਾਂ 'ਚੋਂ ਚੰਗੇ ਲੋਕ ਆ ਕੇ ਪੰਜਾਬ ਦੀ ਬਾਗਡੋਰ ਮੁੜ ਕੇ ਰਾਜਨੀਤਿਕ ਪੱਧਰ 'ਤੇ ਸੰਭਾਲਣਗੇ। ਜਦੋਂ ਉਹ ਆਉਣਗੇ ਤਾਂ ਉਹ ਪੰਜਾਬ ਦੇ ਆਰਥਿਕ ਭਵਿੱਖ ਬਾਰੇ ਵੀ ਨਵਾਂ ਨਕਸ਼ਾ ਤਿਆਰ ਕਰਕੇ ਆਉਣਗੇ, ਜਿਹਦੇ ਵਿੱਚ ਨੌਜਵਾਨਾਂ ਲਈ ਕੋਈ ਨਾ ਕੋਈ ਜਗ੍ਹਾ ਜ਼ਰੂਰ ਬਣਦੀ ਦਿਖੂਗੀ। ਜੀ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ। ਇਹ ਸੀ ਅੱਜ ਦਾ ਵਿਸ਼ਾ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਈ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ। ਜਦ ਤੱਕ ਬਣੇ ਰਹਿਣ ਲਈ ਧੰਨਵਾਦ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।